ਤੁਸੀਂ ਵੇਖ ਰਹੇ ਹੋ ਜੀ ਸਾਂਝਾ ਪੰਜਾਬ ਟੀਵੀ। ਤੁਹਾਨੂੰ ਸਾਰਿਆਂ ਨੂੰ ਜੋਤੀ ਸ਼ਰਮਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਸਲਾਮ ਤੇ ਨਿੱਘੀ ਜਿਹੀ ਆਇਆਂ ਨੂੰ। ਉਮੀਦ ਕਰਦੀ ਹਾਂ ਕਿ ਤੁਸੀਂ ਤੰਦਰੁਸਤ ਹੋ ਔਰ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜਿਉਣ ਦੀ ਕੋਸ਼ਿਸ਼ ਕਰ ਰਹੇ ਹੋ, ਆਪਣੇ ਗੋਲਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਔਰ ਆਲਵੇਜ਼ ਆਪਣੇ ਵੱਲੋਂ ਤੁਸੀਂ ਇਨਪੁਟ ਜਿਹੜੀ ਤੁਹਾਡੀ ਵੱਲੋਂ ਹੋਣੀ ਚਾਹੀਦੀ ਉਹ ਤੁਸੀਂ ਪਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹੋ, ਹਰ ਕੰਮ ਦੇ ਲਈ, ਹਰ ਰਿਸ਼ਤੇ ਦੇ ਲਈ ਔਰ ਆਪਣੀ ਜ਼ਿੰਦਗੀ ਦੇ ਲਈ ਔਰ ਆਪਣੇ ਆਪ ਲਈ। ਖੈਰ, ਸਾਂਝਾ ਪੰਜਾਬ ਟੀਵੀ ਦਾ ਸ਼ੋ ਲਾਈਵ ਦਿਲ ਖੋਲ ਕੇ ਬੋਲ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਇੱਕ ਖਾਸ ਮਹਿਮਾਨ ਤੇ ਖਾਸ ਚਰਚਾ ਦੇ ਨਾਲ। ਔਰ ਅੱਜ ਦੀ ਜਿਹੜੀ ਚਰਚਾ ਹੈ ਉਹ ਬਹੁਤ ਖਾਸ ਤੇ ਬਹੁਤ ਅਹਿਮ ਹੈ। ਜਿਹੜਾ ਅੱਜ ਦਾ ਟੌਪਿਕ ਅਸੀਂ ਲਿਆ ਕਦਰ, ਉਹਦੇ ਤੇ ਬਹੁਤ ਸਾਰੇ ਗੀਤ ਵੀ ਬਣੇ ਹਨ ਤੇ ਬਹੁਤ ਸਾਰੀਆਂ ਗੱਲਾਂ ਵੀ ਹਨ। ਜਿਵੇਂ ਕਿ ਮਨਕੀਰਤ ਔਲਖ ਦਾ ਗੀਤ ਤੁਹਾਨੂੰ ਯਾਦ ਹੋਏਗਾ ਕਿ ਕਦਰ ਕਰਿਆ ਕਰ, ਨਖਰੇ ਨਹੀਂ ਕਰੀਦੇ, ਹੈ ਨਾ। ਸੋ ਕਦਰ ਕਰੀਦੀ, ਨਖਰੇ ਨਹੀਂ ਕਰੀਦੇ, ਤੇ ਉਹ ਗੀਤ ਤੁਸੀਂ ਸੁਣਿਆ ਤਾਂ ਬਿਲਕੁਲ ਢੁਕਵਾਂ ਗੀਤ ਹੈ ਅੱਜ ਦੇ ਇਸ ਟੌਪਿਕ ਦੇ ਨਾਲ। ਸੋ ਖੈਰ, ਕਹਿੰਦੇ ਕਦਰ ਕੀਤੀ ਨਹੀਂ ਕਦਰ ਕਰਵਾਈ ਨਹੀਂ ਜਾਂਦੀ, ਮਤਲਬ ਕਹਿੰਦੇ ਕਿ ਕੀਤੀ ਨਹੀਂ ਜਾਂਦੀ, ਕਰਵਾਈ ਜਾਂਦੀ ਹੈ ਨਾ। ਸੋ ਇਸ ਦੇ ਉੱਪਰ ਹੀ ਅਸੀਂ ਗੱਲ ਕਰਾਂਗੇ ਅੱਜ ਦਿਲ ਖੋਲ ਕੇ। ਸਾਡੇ ਖਾਸ ਮਹਿਮਾਨ ਹੈਪੀ ਢੀਂਡਸਾ ਨਾਲ, ਜਿਹੜੇ ਕਿ ਮੋਟੀਵੇਸ਼ਨਲ ਸਪੀਕਰ ਹਨ ਔਰ 21 ਡੇਜ਼ ਟੂ ਹੈਪੀਨੈਸ ਉਹਨਾਂ ਦਾ ਇੱਕ ਸਲੋਗਨ ਵੀ ਹੈ ਜਿਸ ਨੂੰ ਲੈ ਕੇ ਅੱਗੇ ਚੱਲ ਰਹੇ ਹਨ। ਔਰ ਕਮਿਊਨਿਟੀ ਦੇ ਵਿੱਚ ਕਾਫੀ ਲੋਕਾਂ ਦੀ ਉਹਨਾਂ ਨੇ ਮਦਦ ਕੀਤੀ ਹੈ ਜਿਹੜੇ ਕਿ ਡਿਪਰੈਸ਼ਨ ਤੋਂ ਗੁਜ਼ਰ ਰਹੇ ਹਨ ਜਾਂ ਡੀਮੋਟੀਵੇਟਿਡ ਹਨ ਕਿਤੇ ਨਾ ਕਿਤੇ। ਤੇ ਆਓ ਕਰਦੇ ਹਾਂ ਬਾਕੀ ਦੀ ਗੱਲਬਾਤ ਸਾਡੇ ਖਾਸ ਮਹਿਮਾਨ ਹੈਪੀ ਢੀਂਡਸਾ ਨਾਲ। ਹੈਪੀ, ਹਾਊ ਆਰ ਯੂ? ਕੀ ਹਾਲ ਚਾਲ? I'm good, thank you so much for having me. ਸੋ ਆਲਵੇਜ਼ ਬੜਾ ਵਧੀਆ ਲੱਗਦਾ ਜਦੋਂ ਵੀ ਤੁਸੀਂ ਆਉਂਦੇ ਹੋ। ਕਹਿੰਦੇ ਕਿ ਪੋਜ਼ਿਟਿਵ ਵਾਈਬਸ ਜਿਹੜੀਆਂ ਪੋਜ਼ਿਟਿਵ ਲੋਕਾਂ ਕੋਲ ਹੀ ਆਉਂਦੀਆਂ। ਸੋ ਪੋਜ਼ਿਟਿਵ ਵਾਈਬਸ ਉਦੋਂ ਬਣਦੀਆਂ ਜਦੋਂ ਸਾਡਾ ਮਾਈਂਡ ਪੋਜ਼ਿਟਿਵ ਹੁੰਦਾ। Absolutely, and ਜਦੋਂ ਸਾਡਾ ਮਾਈਂਡ ਐਨ ਫ੍ਰੀ ਹੁੰਦਾ, ਕਾਮ ਹੁੰਦਾ। ਬਿਲਕੁਲ, ਉਦੋਂ ਵੀ ਬਿਲਕੁਲ। ਔਰ ਕਾਮ ਕਦੋਂ ਹੁੰਦਾ? ਜਦੋਂ ਸਾਨੂੰ ਪਤਾ ਹੁੰਦਾ ਕਿ ਅਸੀਂ ਜੋ ਕਰ ਰਹੇ ਹਾਂ ਸਹੀ ਕਰ ਰਹੇ ਹਾਂ ਔਰ ਜੋ ਸਾਡੇ ਨਾਲ ਹੈ, ਆਸ-ਪਾਸ ਹੈ, ਉਹ ਸਾਡੇ ਕੀਤੇ ਦੀ ਕਦਰ ਕਰ ਰਹੇ ਨੇ। ਰਾਈਟ, ਯੈਸ। ਅਸੀਂ ਫਿਰ ਉੱਥੇ ਪਹੁੰਚ ਜਾਂਦੇ। ਸਾਡਾ ਟੌਪਿਕ ਸਾਡਾ ਉੱਥੇ ਆਉਂਦਾ ਕਿ ਕਦਰ ਜਿਹੜੀ ਹੈਗੀ ਹੈ ਉਹਦਾ ਜਿੰਨੀ ਉਹਦਾ ਮਹੱਤਵ ਹੈਗਾ ਆ, ਜਿੰਨੇ ਬਚਪਨ ਤੋਂ ਲੈ ਕੇ ਸਾਰੀ ਉਮਰ ਜਿੰਨਾ ਦਾ ਮਹੱਤਵ ਹੈ, ਮੇਰਾ ਖਿਆਲ ਹੈ ਉਹਨਾਂ ਅਸੀਂ ਉਹਨੂੰ ਇੰਪੋਰਟੈਂਸ ਦਿੰਦੇ ਨਹੀਂ ਹੈਗੇ। ਜਿਹੜਾ ਇਹ ਟੌਪਿਕ ਹੈਗਾ, ਜਦੋਂ ਇਹ ਟੌਪਿਕ ਬਣ ਜਾਂਦਾ ਆ ਕਦਰ ਕਰਵਾਉਣੀ, ਕਦਰ ਕਰਨੀ, ਉੱਥੇ ਜਾ ਕੇ ਅਸੀਂ ਨੋਟਿਸ ਕਰਨਾ ਸ਼ੁਰੂ ਕਰਦੇ ਹਾਂ। ਪਰ ਇਹਦੇ ਜਿਹੜੇ ਪਹਿਲੇ ਸਟੈਪਸ ਨੇ, ਸਾਨੂੰ ਅਗਰ ਅਸੀਂ ਉੱਥੇ ਦੇਖਣਾ ਸ਼ੁਰੂ ਕਰੀਏ ਤਾਂ ਫਿਰ ਸਾਨੂੰ ਆਈ ਥਿੰਕ ਅਸੀਂ ਐਨੀ ਵੱਡੀ ਪ੍ਰੋਬਲਮਸ ਨਹੀਂ ਪਹੁੰਚਾਂਗੇ। ਜਿਹਦੇ ਵਿੱਚ ਆ ਕੇ ਫਿਰ ਗੱਲ ਇੱਥੇ ਤੱਕ ਪਹੁੰਚ ਜਾਂਦੀ ਹੈ ਕਿ ਤੁਸੀਂ ਇਹ ਮਹਿਸੂਸ ਕਰਦਾ ਹੈ ਇਨਸਾਨ ਕਿ ਮੇਰੇ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਉਹ ਇੱਕ ਤਰ੍ਹਾਂ ਦੇ ਨਾਲ ਆਪਣੇ ਵੱਖਰੇ ਇੱਕ ਹੋਲ ਦੇ ਵਿੱਚ ਪਹੁੰਚ ਜਾਂਦਾ। ਪਰ ਕਿਵੇਂ ਪਹੁੰਚਦਾ ਅਸੀਂ ਉੱਥੇ ਤੱਕ ਫਿਰ ਗੱਲ ਕਰਦੇ ਹਾਂ। ਪਰ ਯੈਸ, ਇਹ ਜਿਹੜਾ ਟੌਪਿਕ ਹੈਗਾ ਸਾਡਾ ਅੱਜ ਦਾ ਅਬਾਊਟ ਕਦਰ, ਬਹੁਤ ਹੀ ਮਹੱਤਵਪੂਰਨ ਟੌਪਿਕ ਹੈ। ਔਰ ਇਹ ਸਾਡੇ ਸਭ ਦੇ ਅੰਦਰ ਕਿਤੇ ਨਾ ਕਿਤੇ ਜਿਹੜੀ ਡਿਸਸੈਟਿਸਫੈਕਸ਼ਨ ਉਹ ਜ਼ਰੂਰ ਲੈ ਕੇ ਆਉਂਦਾ। ਸਾਨੂੰ ਅਸੰਤੁਸ਼ਟੀ ਹੁੰਦੀ ਹੈ ਜ਼ਿੰਦਗੀ ਦੇ ਨਾਲ। ਬਿਲਕੁਲ ਬਿਲਕੁਲ ਬਿਲਕੁਲ। ਕਹਿੰਦੇ ਕਿ ਕਦਰ ਕੀਤੀ ਜਾਂਦੀ ਹੈ, ਕਰਵਾਈ ਨਹੀਂ ਜਾਂਦੀ। ਜ਼ਬਰਦਸਤੀ ਕਹਿ ਕੇ ਕਿਸੇ ਕੋਲੋਂ ਕਦਰ ਕਰਵਾਈ ਤਾਂ ਉਹਦਾ ਕੀ ਫਾਇਦਾ? ਕਦਰ ਉਦੋਂ ਹੁੰਦੀ ਹੈ ਜਦੋਂ ਸਾਹਮਣੇ ਵਾਲੇ ਨੂੰ ਜਾਂ ਤੁਹਾਡੇ ਨਾਲ ਰਹਿਣ ਵਾਲੇ ਨੂੰ ਉਹਨੂੰ ਤੁਹਾਡੀ ਵੈਲਿਊ ਪਤਾ ਹੋਵੇ। ਕਹਿੰਦੇ ਨਾ ਕਿ ਕਦਰ ਤੇ ਪਿਆਰ ਇਹ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਹਨ, ਹੈ ਨਾ। ਐਬਸੋਲੂਟਲੀ। ਸੋ ਆਈ ਥਿੰਕ ਮੈਨੂੰ ਲੱਗਦਾ ਕਿ ਕਦਰ ਉਸ ਇਨਸਾਨ ਨੂੰ ਪਤਾ ਹੁੰਦੀ ਹੈ ਕਰਨੀ ਜਿਸ ਦੇ ਦਿਲ ਦੇ ਅੰਦਰ ਇੱਕ ਟਰੂ ਲਵ ਹੋਵੇ, ਟਰੂ ਪਿਆਰ ਹੋਵੇ, ਟਰੂ ਰਿਸਪੈਕਟ ਹੋਵੇ ਕਿਸੇ ਦੂਸਰੇ ਰਿਸ਼ਤੇ ਨਾਤੇ ਲਈ। ਐਬਸੋਲੂਟਲੀ, ਇਹ ਵੀ ਗੱਲ ਹੈਗੀ ਹੈ। ਪਰ ਐਟ ਦ ਸੇਮ ਟਾਈਮ ਜੇ ਆਪਾਂ ਇਹਨੂੰ ਤਾਂ ਆਪਾਂ ਦੇਖੀਏ ਰਿਲੇਸ਼ਨਸ਼ਿਪ ਦੇ ਐਸਪੈਕਟ ਦੇ ਵਿੱਚ, ਫਿਰ ਤਾਂ ਆਪਾਂ ਦੋ ਜਣੇ ਦੇਖਦੇ ਪਏ ਆ ਨਾ, ਇੱਕ ਇੱਧਰ ਹੈ ਇੱਕ ਇੱਧਰ, ਦੋ ਜਣੇ ਹੋ ਗਏ। ਅਗਰ ਆਪਾਂ ਇਹਨੂੰ ਸਿਰਫ ਸੈਲਫ ਦੇ ਪਰਸਪੈਕਟਿਵ ਦੇ ਵਿੱਚ ਦੇਖੀਏ, ਸਿਰਫ ਆਪਣੇ ਸਵੈ ਦੇ ਵਿੱਚ, ਦੈਨ ਫਰਸਟ ਵੀ ਹੈਵ ਟੂ ਮੇਕ ਸ਼ੋਰ ਕਿ ਅਸੀਂ ਆਪਣੇ ਆਪ ਨੂੰ ਫਿਕਸ ਕਰੀਏ। ਅਸੀਂ ਆਪਣੇ ਆਪ ਨੂੰ ਫਿਕਸ ਕਰ ਲਾਂਗੇ, ਦੈਨ ਅਸੀਂ ਉਸ ਤੋਂ ਬਾਅਦ ਆਸ-ਪਾਸ ਦੇਖਣਾ ਸ਼ੁਰੂ ਕਰਾਂਗੇ ਕਿ ਕਿੱਥੇ ਹੋਰ ਕਿਹੜੀ ਚੀਜ਼ ਹੈਗੀ ਹੈ, ਆਈਦਰ ਦੈਟ ਨੀਡਸ ਫਿਕਸਿੰਗ ਔਰ ਪ੍ਰੂਨਿੰਗ। ਜਾਂ ਕਈ ਵਾਰੀ ਹੁੰਦਾ ਨਾ ਕਿ ਆਪਾਂ ਜਦੋਂ ਕੁਛ ਚੀਜ਼ਾਂ, ਗਾਰਡਨਿੰਗ ਹੈ ਜਿੱਦਾਂ, ਗਾਰਡਨਿੰਗ ਦੇ ਵਿੱਚ ਕੀ ਕਰਨਾ, ਆਪਾਂ ਗਾਰਡਨ ਆਪਾਂ ਅਟੈਂਡ ਕਰਨਾ। ਜੇ ਕਿਤੇ ਘਾਹ ਢੀਲਾ ਆ, ਕੋਈ ਐਵੇਂ ਵੀਡ ਉੱਗਿਆ ਹੋਇਆ, ਵੀ ਟੇਕ ਇਟ ਆਊਟ, ਤਾਂ ਕਿ ਉਹ ਜਿਹੜੇ ਤੁਹਾਡੇ ਪੌਦੇ ਆ ਉਹਨਾਂ ਦੀ ਜਿਹੜੀ ਦੇਖ ਰੇਖ ਹੈ ਵਧੀਆ, ਨਿਊਟ੍ਰੀਐਂਟਸ ਨਾ ਉਹਦੇ ਵਿੱਚੋਂ ਲੱਗੇ। ਸੇਮ ਥਿੰਗ ਅਸੀਂ ਆਪਣੇ ਆਪ ਨਾਲ ਕਰਨਾ ਹੁੰਦਾ। ਅਸੀਂ ਆਪਣੇ ਆਪ ਨੂੰ ਇੱਦਾਂ ਪ੍ਰੂਨ ਕਰਨਾ ਹੁੰਦਾ। ਐਂਡ ਜਦੋਂ ਆਪਾਂ ਛੋਟੇ ਹੁੰਦੇ ਹਾਂ ਐਕਚੁਅਲੀ, ਜਿਸ ਵੇਲੇ ਸਾਨੂੰ ਨਹੀਂ ਪਤਾ ਕਿ ਅਸੀਂ ਕਿੱਦਾਂ ਪ੍ਰੂਨ ਕਰਨਾ, ਉਸ ਵੇਲੇ ਇਹ ਪੇਰੈਂਟਸ ਨੇ ਕਰਨਾ ਹੁੰਦਾ ਐਕਚੁਅਲੀ। ਬਿਲਕੁਲ। ਜਿਹੜੀ ਸੈਲਫ ਰਿਸਪੈਕਟ ਹੈਗੀ ਹੈ, ਸੈਲਫ ਐਸਟੀਮ ਹੈ, ਇਹ ਆਮ ਤੌਰ 'ਤੇ ਜਿਹੜਾ 6 ਸਾਲ ਤੱਕ ਦੀ ਜਿਹੜੀ ਉਮਰ ਹੈ ਨਾ, ਉਦੋਂ ਤੱਕ ਜਿਹੜੀਆਂ ਚੀਜ਼ਾਂ ਸਿਖਾਈਆਂ ਹੁੰਦੀਆਂ ਜਾਂ ਸਿੱਖੀਆਂ ਹੁੰਦੀਆਂ ਆਲੇ ਦੁਆਲੇ 'ਚੋਂ, ਕਹਿੰਦੇ ਉਹ ਚੀਜ਼ਾਂ ਆਪਣੇ ਨਾਲ ਹਮੇਸ਼ਾ ਰਹਿੰਦੀਆਂ ਨੇ। ਓ ਵਾਓ। ਆਪਾਂ ਅਗਰ ਦੇਖੀਏ ਪੰਜਾਬੀ ਘਰਾਂ ਦੇ ਵਿੱਚ,
ਪਹਿਲੇ 6 ਸਾਲ ਤਾਂ ਆਪਾਂ ਬੱਚੇ ਦੇ ਨਾਲ ਪੜਾਈ ਊਗਾ ਬੂਗਾ ਕੇ ਬੋਲਦੇ ਰਹਿ ਜਾਂਦੇ ਆ ਬਸ ਦੈਟਸ ਸਹੀ ਗੱਲ ਹੈ ਅਸੀਂ ਉਹ ਚੀਜ਼ਾਂ ਤੇ ਵਰਕ ਹੀ ਨਹੀਂ ਕਰਦੇ ਆਈ ਥਿੰਕ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਨੌਲੇਜ ਦੀ ਵੀ ਕਮੀ ਹੈ ਸਾਨੂੰ ਉਨੀ ਅਵੇਅਰਨੈਸ ਵੀ ਨਹੀਂ ਸੀ ਸਪੈਸ਼ਲੀ ਪਹਿਲਾਂ ਵੀ ਐਬਸੋਲੂਟਲੀ ਔਰ ਹੁਣ ਵੀ ਅੱਜ ਵੀ ਇਹ ਗਲਤੀਆਂ ਹੋ ਰਹੀਆਂ ਨੇ ਕਿ ਸਾਨੂੰ ਅਵੇਅਰਨੈਸ ਨਹੀਂ ਹੈ ਕਿ ਅਸੀਂ ਇੱਕ ਕਹਿ ਲਓ ਕਿ ਇੱਕ ਫਾਊਂਡੇਸ਼ਨ ਜਿਹੜੀ ਬਣਦੀ ਹੈ ਨਾ ਕੋਈ ਵੀ ਬਿਲਡਿੰਗ ਹੁੰਦੀ ਹੈ ਦੀ ਫਾਊਂਡੇਸ਼ਨ ਮਜ਼ਬੂਤ ਹੋਣੀ ਚਾਹੀਦੀ ਹੈ ਸੋ ਅਸੀਂ ਆਲਵੇਜ਼ ਸੋਚਦੇ ਹਾਂ ਕਿ ਬੱਚਾ ਛੋਟਾ ਹੈ ਚਲੋ ਖੇਡ ਹੱਸ ਕੇ ਗੁਜ਼ਾਰ ਦਿਓ ਉਹਦੇ ਨਾਲ ਹਨਾ ਉਹ ਜੋ ਗਲਤ ਬੋਲ ਰਿਹਾ ਸੀ ਉਹਨੂੰ ਵੀ ਹਾਸੇ ਮਜ਼ਾਕ ਚ ਲੈ ਲੈਂਦੇ ਹਾਂ ਅਸੀਂ ਉਹਨੂੰ ਇਹਦੇ ਟੋਕਦੇ ਨਹੀਂ ਕਿ ਨਹੀਂ ਤੂੰ ਐ ਨਹੀਂ ਕਹਿਣਾ ਜਾਂ ਏਦਾਂ ਨਹੀਂ ਕਰਨਾ ਸੋ ਉਹਦੀ ਉਹ ਆਦਤ ਜਿਹੜੀ ਉਹ ਬਣ ਜਾਂਦੀ ਹੈ ਫਿਰ ਵੱਡੇ ਹੋਣ ਤੱਕ ਐਬਸੋਲੂਟਲੀ ਇੱਕ ਇਹ ਬਣ ਜਾਂਦਾ ਔਰ ਦੂਸਰੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਨੌਲੇਜ ਨਹੀਂ ਹੈਗੀ ਅਵੇਅਰਨੈਸ ਨਹੀਂ ਹੈਗੀ ਹਾਂਜੀ that is something ਮੈਂ ਜਿਹੜਾ ਆਪਣਾ ਟੌਪਿਕ ਹੈ ਉਹਦੇ ਨਾਲ ਜਿਹੜਾ ਹੈ 21 days to happiness that is something that's our slogan mental health awareness that's what we're trying to do ਤਾਂ ਕਿ ਜਿਹੜੀਆਂ ਚੀਜ਼ਾਂ ਮੈਨੂੰ ਜਾਂ ਤੁਹਾਨੂੰ ਸਾਡੇ ਬਚਪਨ ਦੇ ਵਿੱਚ ਸਾਨੂੰ ਉਹ ਚੀਜ਼ਾਂ ਨਹੀਂ ਸਿਖਾਈਆਂ ਗਈਆਂ ਜਾਂ ਇਹਨੂੰ ਜਾਂ ਉਹਨੂੰ ਨਹੀਂ ਸਿਖਾਈਆਂ ਹੋਈਆਂ ਉਹ ਚੀਜ਼ਾਂ ਅੱਜ ਅਸੀਂ ਕਿਤੇ ਇਹ ਨਾ ਕਹੀਏ ਮੈਨੂੰ ਸਿਖਾਇਆ ਨਹੀਂ ਸੀ ਮੈਨੂੰ ਨਹੀਂ ਪਤਾ ਬਿਲਕੁਲ ਨੋ ਸਾਨੂੰ ਨਹੀਂ ਸਿਖਾਇਆ ਪਰ ਜੇ ਸਾਨੂੰ ਪਤਾ ਹੈ ਨਾ this is how life goes ਇਹ ਸਾਡੀ ਰਿਸਪੌਂਸਿਬਿਲਿਟੀ ਹੈ ਕਿ ਅਸੀਂ ਅੱਗੋਂ ਆਪਣੇ ਬੱਚਿਆਂ ਨੂੰ ਸੋਸਾਇਟੀ ਨੂੰ ਕਮਿਊਨਿਟੀ ਨੂੰ ਇਹ ਸਿਖਾਈਏ ਔਰ ਉਸ ਦੇ ਚੱਲਦੇ ਐਕਚੁਅਲੀ with awareness ਮੈਂ ਐਕਚੁਅਲੀ right now it's in process and we're bringing it out ਇਸੇ ਦੇ ਚੱਲਦੇ ਆਪਣੀ ਕਮਿਊਨਿਟੀ ਦੇ ਵਿੱਚ ਅਵੇਅਰਨੈਸ ਲੈ ਕੇ ਆਉਣ ਦੇ ਵਾਸਤੇ ਹੀ 21 days to happiness ਦੇ ਅਸੀਂ ਜਿਹੜੇ ਇਵੈਂਟਸ ਵੀ ਹੈਗੇ ਆ we're going to start bringing them out too ਕਿਉਂਕਿ ਜਿੰਨੇ ਜ਼ਿਆਦਾ ਆਪਾਂ ਕਮਿਊਨਿਟੀ ਦੇ ਵਿੱਚ ਇਨਵੋਲਵ ਹੋਵਾਂਗੇ ਜਿੰਨਾ ਹੋਰ ਲੋਕੀ ਇਨਵੋਲਵ ਹੋਣਗੇ ਇਸ ਚੀਜ਼ ਨੂੰ ਜਾਣਨਗੇ ਉਹਨਾਂ ਜ਼ਿਆਦਾ ਸਾਡੇ ਜਿਹੜੇ ਅੱਗੋਂ ਟੱਬਰ ਨੇ ਉਹ ਖੁਸ਼ਹਾਲ ਹੋਣਗੇ ਸਾਡੀ ਆਉਂਦੀ ਜਨਰੇਸ਼ਨ ਖੁਸ਼ਹਾਲ ਹੋਏਗੀ ਬਿਲਕੁਲ ਔਰ ਆਈ ਥਿੰਕ ਕਿਤੇ ਨਾ ਕਿਤੇ ਜਦੋਂ ਤੁਹਾਡੀ ਵੈਲਿਊ ਨਹੀਂ ਪੈਂਦੀ ਕਿਸੇ ਵੀ ਰਿਸ਼ਤੇ ਨਾਤੇ ਦੇ ਸਾਹਮਣੇ ਇਵਨ ਦੋ ਆਫਿਸ ਦੇ ਵਿੱਚ ਵੀ ਆਪਾਂ ਜਦੋਂ ਕੰਮ ਕਰਦੇ ਹਾਂ ਕਿਸੇ ਆਫਿਸ ਦੇ ਵਿੱਚ ਸਾਡੇ ਨਾਲ ਉੱਥੇ ਵੀ ਕੁਝ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਡਿਸਰਿਸਪੈਕਟ ਹੁੰਦੀ ਹੈ ਸਾਡੀ ਰਿਸਪੈਕਟ ਨਹੀਂ ਹੁੰਦੀ ਜਿਹਨੂੰ ਕਹਿੰਦੇ ਆ ਅਸੀਂ ਕੀ ਕਦਰ ਨਹੀਂ ਹੁੰਦੀ ਅਸੀਂ ਆਪਣੇ ਵੱਲੋਂ ਐਫਰਟਸ ਪੂਰੇ ਪਾ ਰਹੇ ਹਾਂ ਲੇਕਿਨ ਹੋ ਸਕਦਾ ਸਾਹਮਣੇ ਵਾਲਾ ਪਰਸਨ ਜਿਹੜਾ ਡਿਸਕ੍ਰਿਮੀਨੇਟ ਕਰ ਰਿਹਾ ਕਿਤੇ ਨਾ ਕਿਤੇ ਸਾਡੇ ਨਾਲ ਉਹ ਨਹੀਂ ਚਾਹੁੰਦਾ ਅਸੀਂ ਸਕਸੈਸਫੁਲ ਹੋਈਏ ਜਾਂ ਉਸ ਤੋਂ ਬਾਅਦ ਅੱਗੇ ਵਧੀਏ ਸੋ ਉਹ ਚੀਜ਼ਾਂ ਵੀ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿਤੇ ਨਾ ਕਿਤੇ ਇੱਕ ਮੈਂਟਲੀ ਡਿਪਰੈਸ਼ਨ ਸਾਡੇ ਤੇ ਲਿਆਉਂਦੀਆਂ ਨੇ ਮੈਂਟਲ ਹੈਲਥ ਤੇ ਸਾਡੇ ਅਸਰ ਕਰਦੀਆਂ ਨੇ ਐਬਸੋਲੂਟਲੀ ਐਂਡ ਤੁਸੀਂ ਇਹ ਦੇਖੋ ਜਿੰਨੇ ਤੁਸੀਂ ਇਹ ਚੀਜ਼ਾਂ ਕਹੀਆਂ ਹੈਗੀਆਂ ਨੇ ਹੁਣ ਵੈਦਰ ਇਹ ਘਰ ਦੇ ਵਿੱਚ ਹੋਵੇ ਜਾਂ ਤੁਸੀਂ ਆਫਿਸ এনवायरमेंट ਹੋਵੇ ਉਹਦੇ ਵਿੱਚ ਕਦਰ ਨਾ ਹੋਣੀ ਉਹਦੇ ਵਿੱਚ ਡਿਸਕ੍ਰਿਮੀਨੇਸ਼ਨ ਹੋਣੀ ਉਹਦੇ ਵਿੱਚ ਮਾੜਾ ਚੰਗਾ ਬੋਲਣਾ ਉਹਦੇ ਵਿੱਚ ਕਿਸੇ ਨੂੰ ਐਕਸਟਰਾ ਵਰਕ ਦੇਣਾ ਇਹ ਸਾਰਾ ਕੁਝ ਜਿਹੜੀਆਂ ਚੀਜ਼ਾਂ ਨੇ ਜੇ ਆਪਾਂ ਵਾਪਸ ਘੁੰਮ ਕੇ ਲੈ ਕੇ ਆਈਏ ਜਿਹੜਾ ਇਹ ਪਰਸਨ ਹੈਗਾ ਜਿਹੜਾ ਇਹ ਪਰਸਨ ਫੀਲ ਕਰਦਾ ਪਿਆ ਕਿ ਇਹਦੀ ਕਦਰ ਨਹੀਂ ਪਈ ਜਾਂ ਇਹਨੂੰ ਉਹ ਸਭ ਕੁਝ ਮਿਲਦਾ ਨਹੀਂ ਪਿਆ ਮੈਂ ਫੋਕਸ ਫਿਰ ਇਸ ਬੰਦੇ ਤੇ ਲੈ ਕੇ ਆਉਣਾ ਇਸ ਪਰਸਨ ਤੇ ਲੈ ਕੇ ਆਉਣਾ ਉਹ ਇਸ ਵਾਸਤੇ ਕਿ ਲੈਟਸ ਫਿਕਸ ਦੈਟ ਕਿਉਂਕਿ ਜੇ ਆਪਾਂ ਪਹਿਲੀ ਚੀਜ਼ ਦੇਖੀਏ ਜੇ ਸਾਨੂੰ ਕੋਈ ਐਕਸਟਰਾ ਕੰਮ ਦੇਈ ਜਾ ਰਿਹਾ ਅਸੀਂ ਨਹੀਂ ਕਰ ਸਕਦੇ ਪਏ what do you think we should do ਸਾਨੂੰ ਆਪਣੇ ਆਪ ਨੂੰ ਥੋੜਾ ਚੇਂਜ ਮੋਡੀਫਾਈ ਕਰਨਾ ਪਏਗਾ ਕਿਤੇ ਨਾ ਕਿਤੇ ਕਿ ਉਹ ਚੀਜ਼ਾਂ ਸਾਡੇ ਲਈ ਈਜ਼ੀ ਹੋ ਜਾਣ no ਜਾਂ ਸਾਨੂੰ ਜਿਹੜੀ we need to speak up we need to speak up and say ਸਾਨੂੰ ਕਹਿਣਾ ਚਾਹੀਦਾ no ਮੇਰੀ ਇੱਥੇ that's like you know enough ਮੇਰਾ ਲਿਮਿਟਸ ਨਹੀਂ ਔਰ ਮੇਰੀ ਕੈਪੈਸਿਟੀ ਨਹੀਂ I can't do that absolutely ਇਹ ਜਿਹੜੀ ਚੀਜ਼ ਹੈ ਇਹ ਸਾਨੂੰ ਇੰਡੀਆ 'ਚ ਸਿਖਾਉਂਦੇ ਨੇ ਆਪਣੇ 4 ਜਣਿਆਂ ਦੀ ਗੱਡੀ ਦੇ ਵਿੱਚ 8 ਜਣੇ ਬੈਠੇ ਹੁੰਦੇ ਆ ਹੈ ਨਾ 3 ਜਣਿਆਂ ਦੀ ਸੀਟ ਦੇ ਉੱਤੇ 5-6 ਦਾ ਟੱਬਰ ਬੈਠਾ ਹੁੰਦਾ ਸਹੀ ਗੱਲ ਹੈ ਠੀਕ ਹੈ ਉਸੇ ਚੀਜ਼ ਨੂੰ ਅਸੀਂ ਕੰਮ 'ਚ ਵੀ ਅਪਲਾਈ ਕਰਦੇ ਹਾਂ ਐਬਸੋਲੂਟਲੀ ਆਪਾਂ ਕਹਿੰਦੇ ਆ ਕਿ ਯੂ نو ਵਟ ਮੈਂ ਜਿੰਨਾ ਜ਼ਿਆਦਾ ਮੈਂ ਕੰਮ ਕਰਦਾ ਹਾਂ ਨਾ ਮੈਂ ਆਪਣੇ ਆਪ ਨੂੰ ਜ਼ਿਆਦਾ ਵਧੀਆ ਕਹਾਵਾਂ what do you think it is people pleasing ਕਿੱਥੋਂ ਆਉਂਦੀ ਹੈ ਬਚਪਨ ਤੋਂ ਜਦੋਂ ਆਪਾਂ ਕਹਿੰਦੇ ਆ ਵਧੀਆ ਕਰੇਗਾ ਤਾਂ ਜਿਹੜਾ ਬਾਕੀ ਦੇ ਹੈਗੇ ਸਾਰੇ ਤੈਨੂੰ ਪਸੰਦ ਕਰਨਗੇ ਜਾਂ ਤੂੰ ਘਰ 'ਚ ਵੱਡਾ ਹੈ ਤੂੰ ਵਧੀਆ ਕਰੇਗਾ ਤੇ ਛੋਟੇ ਭੈਣ ਭਰਾ ਵੀ ਵਧੀਆ ਕਰਨਗੇ ਐਬਸੋਲੂਟਲੀ ਪ੍ਰੈਸ਼ਰ ਜਿਹੜੀ ਇਹ ਚੀਜ਼ਾਂ ਨੇ ਮੈਂਟਲ ਪ੍ਰੈਸ਼ਰ ਐਬਸੋਲੂਟਲੀ ਇਹ ਚੀਜ਼ਾਂ ਨੇ ਇਹ ਤੁਹਾਨੂੰ ਤੁਸੀਂ ਫਿਰ ਅਲਟੀਮੇਟਲੀ ਆਪਣੇ ਆਪ ਨੂੰ ਪਿੱਛੇ ਰੱਖਣਾ ਸ਼ੁਰੂ ਕਰ ਦਿੰਦੇ ਹੋ ਤੁਸੀਂ ਸਿਰਫ ਤੇ ਸਿਰਫ ਉਹ ਮੁਖਾਟਾ ਅੱਗੇ ਰੱਖਦੇ ਹੋ ਜਿਹਦੇ ਨਾਲ ਤੁਸੀਂ ਸਿਰਫ ਉਹ ਸਹੀ ਗੱਲਾਂ ਕਹਿ ਕੇ ਸਿਰਫ ਲੋਕਾਂ ਨੂੰ ਖੁਸ਼ ਕਰ ਦੋ ਤੇ ਆਪਣੇ ਤੋਂ ਸਿਰਫ ਉਹਨਾਂ ਨੂੰ ਪਰੇ ਕਰ ਦੋ ਇਟਸ ਵੈਰੀ ਪੇਨਫੁਲ ਇਟਸ ਐਕਚੁਅਲੀ ਟੌਰਚਰ ਜੇ ਕਿਸੇ ਬੰਦੇ ਨੂੰ ਬਾਰ-ਬਾਰ ਐਸ ਜਿਹਦੇ ਵਿੱਚ ਗੁਜ਼ਰਨਾ ਪੈਂਦਾ ਪਿਆ ਜਿੰਨਾ ਜ਼ਿਆਦਾ ਉਹਦਾ ਮੈਂਟਲ ਟੌਰਚਰ ਹੋ ਰਿਹਾ ਜਿਹਦੇ ਵਿੱਚ ਉਹ ਗੋ ਥਰੂ ਹੁੰਦਾ ਪਿਆ ਇਟਸ ਲਾਈਕ ਜਿਹੜੀਆਂ ਇਮੋਸ਼ਨਸ ਨੇ ਇਹ ਰੋਲਰ ਕੋਸਟਰ ਦੇ ਉੱਤੇ ਜਾਂਦੀਆਂ ਪਈਆਂ ਨੇ ਔਰ ਜਦੋਂ ਇਮੋਸ਼ਨਸ ਰੋਲਰ ਕੋਸਟਰ ਦੇ ਉੱਪਰ ਚੱਲ ਜਾਂਦੀਆਂ ਨੇ ਤੁਸੀਂ ਇਹ ਦੇਖੋ ਫਿਰ ਉਸ ਵੇਲੇ ਆਪਣੇ ਦਿਮਾਗ ਦਾ ਕੀ ਹਾਲ ਹੁੰਦਾ ਬਿਲਕੁਲ ਹੈ ਨਾ ਇਟਸ ਜਸਟ ਅਪਸ ਐਂਡ ਡਾਊਨਸ ਐਂਡ ਦੈਟ ਇਜ਼ ਡਿਪਰੈਸ਼ਨ ਬਿਲਕੁਲ ਔਰ ਸਪੈਸ਼ਲੀ ਜਦੋਂ ਤੁਸੀਂ ਕੰਮ ਕਰ ਰਹੇ ਹੋ ਆਪਣੇ ਐਫਰਟਸ ਪਾ ਰਹੇ ਹੋ ਤੁਸੀਂ ਰਿਸਪੌਂਸਿਬਿਲਿਟੀਜ਼ ਪੂਰੀਆਂ ਕਰ ਰਹੇ ਹੋ ਦੈਨ ਇਵਨ ਦੋ ਕਿ ਤੁਹਾਨੂੰ ਸਾਹਮਣੇ ਵਾਲਾ ਬੰਦਾ ਕਹਿ ਰਿਹਾ ਉਹ ਤੂੰ ਤਾਂ ਕੁਝ ਕੀਤਾ ਨਹੀਂ ਯੂ ਆਰ ਡੂਇੰਗ ਨਥਿੰਗ
ਕੀ ਕੀਤਾ ਤੂੰ, ਸਾਰੇ ਕਰ ਰਹੇ ਤੇਰੇ ਵਰਗਾ ਕੰਮ, ਯੂ نو। ਸੋ ਉਹ ਚੀਜ਼ ਵੀ ਕਿਤੇ ਨਾ ਕਿਤੇ ਬੰਦੇ ਦੇ ਅੰਦਰ ਡਿਪਰੈਸ਼ਨ ਲੈ ਕੇ ਆਉਂਦੀ ਹੈ। ਯਾ ਉਹ ਤੁਹਾਨੂੰ ਫਿਰ ਇਹ ਧਿਆਨ ਰੱਖਣਾ ਪੈਣਾ ਹੈ ਕਿ ਜਿਹੜਾ ਉਹ ਦੂਜਾ ਬੰਦਾ ਹੈ ਨਾ, you actually have to feel sorry for that person. Do you know why? ਹਾਂਜੀ, ਕਿਉਂਕਿ ਤੁਸੀਂ ਐਕਚੁਅਲੀ not just like ਜਿਹੜੇ ਬੰਦੇ ਨੂੰ ਕਿਹਾ ਜਾ ਰਿਹਾ ਉਹ ਬੰਦਾ not just hard working ਹੈ, not just honest ਹੈ, ਕਾਮਾ ਵੀ ਹੈ, ਚੰਗਾ ਵੀ ਹੈ, ਉਹ ਇੰਨਾ ਵਧੀਆ ਬੰਦਾ ਆ ਕਿ ਉਹ ਲਿਟਰਲੀ ਐਸ ਇਨਸਾਨ ਦੇ ਵਾਸਤੇ ਮਿਰਰ ਬਣਿਆ ਹੋਇਆ। ਸੋ ਦਿਸ ਪਰਸਨ ਇਜ਼ ਲੁਕਿੰਗ ਇਨ ਦ ਮਿਰਰ, what do you think? ਜਦੋਂ ਕੋਈ ਮਿਰਰ 'ਚ ਦੇਖਦਾ ਉਹਨੂੰ ਕੀ ਦਿਸਦਾ? ਆਪਣਾ ਆਪ ਹੀ ਆਪਣਾ ਆਪ ਦਿਸਦਾ। ਉਹ ਕਹਿੰਦਾ ਪਿਆ ਤੂੰ ਕੁਛ ਕਰਦਾ ਨਹੀਂ ਪਿਆ, ਉਹ ਮਿਰਰ 'ਚ ਦੇਖ ਕੇ ਕਹਿੰਦਾ ਪਿਆ ਤੂੰ ਕੁਛ ਕਰਦਾ ਨਹੀਂ ਪਿਆ, ਉਹ ਆਪਣੇ ਆਪ ਨੂੰ ਕਹਿੰਦਾ ਪਿਆ। ਸੋ ਯੂ ਜਸਟ ਹੈਵ ਟੂ ਟੇਕ yourself away, let the person talk to the mirror, that's it. ਔਰ ਆਈ ਥਿੰਕ ਜਦੋਂ ਕੋਈ ਵੀ ਇਨਸਾਨ ਇਦਾਂ ਦੇ ਹਾਲਾਤਾਂ ਚੋਂ ਗੁਜ਼ਰ ਰਿਹਾ, ਚਾਹੇ ਉਹ ਕੰਮ ਤੇ ਹੋ ਰਿਹਾ ਉਹਨਾਂ ਨਾਲ, ਕਿਤੇ ਵੀ ਹੋ ਰਿਹਾ, ਘਰ ਦੇ ਵਿੱਚ ਹੋ ਰਿਹਾ, ਕੰਮ ਤੇ, ਫਰੈਂਡ ਸਰਕਲ 'ਚ ਹੋ ਰਿਹਾ, it's bullying. ਕੀ ਕਰਨਾ ਚਾਹੀਦਾ, ਕੀ ਕਰਨਾ ਚਾਹੀਦਾ ਉਹਨੂੰ, ਆਪਣੇ ਆਪ ਨੂੰ ਕਿੱਦਾਂ ਚੇਂਜ ਕਰਨਾ ਚਾਹੀਦਾ? Okay, this is a very 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 good question. Reason being ਇਹ ਜਿਹੜੀ ਇਹ bullying ਆ ਇਹ ਹਰ ਜਗ੍ਹਾ ਤੇ ਹੁੰਦੀ ਪਈ ਹੈ। ਹਾਂਜੀ, and that is what we need to stop. ਆਪਾਂ ਖਤਮ ਕਿੱਦਾਂ ਕਰਨੀ ਆ? ਅਵੇਅਰਨੈਸ ਦੇ ਨਾਲ, ਨੌਲੇਜ ਦੇ ਨਾਲ, ਆਪਣੀ ਸੈਲਫ ਐਸਟੀਮ ਨੂੰ ਉੱਤੇ ਕਰਕੇ, ਆਪਣੇ ਆਪ ਦੇ ਨਾਲ ਪਿਆਰ ਕਰਕੇ, ਆਪਣੇ ਕੌਨਫੀਡੈਂਸ ਨੂੰ ਉੱਤੇ ਕਰਕੇ, ਇੱਕ ਇੱਕ ਕਰਕੇ ਨਾ, ਜਿਹਦਾ ਆਪਾਂ ਸਟੈਪ ਹੁੰਦਾ ਆ, ਆਪਾਂ ਇੱਕ ਇੱਕ ਸਟੈਪ ਕਰਦੇ 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 ਉੱਤੇ ਜਾਣਾ ਹੈਗਾ। ਬਟ ਸਭ ਤੋਂ ਪਹਿਲਾ ਜਿਹੜਾ ਸਟੈਪ ਹੈ, ਸਭ ਤੋਂ ਪਹਿਲੀ ਚੀਜ਼ ਆਪਾਂ ਸਿੱਖਣੀ ਹੈ, ਐਂਡ ਦੈਟ ਇਜ਼ ਨੋ। ਨੋ। ਅਗਰ ਕੋਈ ਕਹਿੰਦਾ ਆ ਕਿ ਯੂ ਨੋ ਵਟ, ਮੈਂ ਤਾਂ ਤੇਰੀ ਬਹੁਤ ਇੱਜ਼ਤ ਕਰਦਾ ਸੀ ਪਰ ਹੁਣ ਤੂੰ ਕਰਦਾ ਨਹੀਂ ਪਿਆ, ਇਸ ਵਾਸਤੇ ਇਟਸ ਲਾਈਕ ਤੂੰ ਮੇਰੀ ਇੱਜ਼ਤ ਨਹੀਂ ਸੀ ਕਰਦਾ। ਤੈਨੂੰ ਜਸਟ ਫ੍ਰੀ ਦੇ ਵਿੱਚ ਆ ਬੰਦਾ ਮਿਲਿਆ ਹੋਇਆ ਸੀ ਕੰਮ ਕਰਨ ਵਾਲਾ, ਤੈਨੂੰ ਉਹ ਬੰਦਾ ਵਧੀਆ ਲੱਗਦਾ ਸੀ, ਦੈਟਸ ਅਬਾਊਟ ਇਟ। ਤੇ ਜਦੋਂ ਮੈਂ ਤੈਨੂੰ ਰਿਫਿਊਜ਼ ਕੀਤਾ, ਯੂ ਗਾਟ ਪ੍ਰੋਬਲਮਸ। ਸੋ ਯੂ ਨੀਡ ਟੂ ਅੰਡਰਸਟੈਂਡ, ਜਿਹੜੇ ਇਵੇਂ ਦੇ ਲੋਕੀ ਆਪਣੀ ਲਾਈਫ ਦੇ ਵਿੱਚ, ਵੈਦਰ ਉਹ ਕੰਮ ਦੇ ਉੱਤੇ ਨੇ, ਵੈਦਰ ਘਰ ਦੇ ਵਿੱਚ ਨੇ, ਵੀ ਨੀਡ ਟੂ ਅੰਡਰਸਟੈਂਡ ਅਸੀਂ ਉਹਨਾਂ ਦੇ ਜਿਹੜਾ ਹੈਗਾ ਨਾ ਰਿਸੈਪਸ਼ਨ ਦੇ ਐਂਡ ਤੇ ਨਹੀਂ ਬੈਠਣਾ, ਅਸੀਂ ਉਹਨਾਂ ਦੇ ਗਾਰਬੇਜ ਕੰਟੇਨਰ ਨਹੀਂ ਹੈਗੇ। ਸੋ ਵੀ ਨੀਡ ਟੂ ਟੈਲ them ਕਿ stop. You got frustration? Deal with a different way. Yeah. ਠੀਕ ਹੈ? ਆਪਣੀਆਂ ਬਾਉਂਡਰੀਜ਼, ਜਿਹੜੀ ਕਦਰ ਵਾਲੀ ਚੀਜ਼ ਹੈਗੀ ਹੈ, ਅਸੀਂ ਆਪਣੀ ਕਦਰ ਆਪ ਬਣਾਉਣੀ ਹੈ। ਯਾ, ਔਰ ਕਈ ਵਾਰੀ ਅਸੀਂ ਆਪਣੀ ਕਦਰ ਆਪ ਵੀ ਗਵਾ ਦਿੰਦੇ ਆ। ਯਾ, ਜ਼ਿਆਦਾ ਫਲੈਕਸੀਬਲ ਹੋ ਕੇ, ਉਹ ਐਬਸੋਲੂਟਲੀ, ਜ਼ਿਆਦਾ ਕੰਪਰੋਮਾਈਜ਼ ਕਰਕੇ, ਐਬਸੋਲੂਟਲੀ, ਕਿਸੇ ਨੂੰ ਜ਼ਿਆਦਾ ਕੰਫਰਟ ਜ਼ੋਨ 'ਚ ਰੱਖ ਕੇ, ਹੈ ਨਾ। ਨੈਵਰ ਐਵਰ ਡੂ ਦੈਟ। ਯਾ, ਜਦੋਂ ਕਿਸੇ ਨੂੰ ਇਹ ਪਤਾ ਲੱਗਦਾ ਹੈ ਕਿ ਯੂ ਜਸਟ ਦੇਅਰ, ਤੁਸੀਂ ਆਪਣੇ ਆਪ ਦੇ ਵਾਸਤੇ ਤੁਸੀਂ ਨਾ ਕਦੇ ਖੜੇ ਹੋਣਾ ਆ, ਨਾ ਤੁਸੀਂ ਆਪਣੇ ਆਪ ਦੇ ਵਾਸਤੇ ਕਦੇ ਕੁਝ ਹੋਰ ਚੰਗਾ ਲੱਭਣ ਦੀ ਕੋਸ਼ਿਸ਼ ਕਰਨੀ ਹੈ, ਕੁਝ ਚੰਗਾ ਕਰਨ ਦੀ ਕੋਸ਼ਿਸ਼ ਕਰਨੀ ਹੈ, ਦੈਨ ਇਫ ਦੇ ਥਿੰਕ ਯੂ ਆਰ ਸਿਟਿੰਗ ਇਨ ਦੈਟ ਹੋਲ, ਵਾਟ ਦੇ ਗੋਣਾ ਟਰਾਈ ਟੂ ਡੂ? ਉਹ ਤੁਹਾਡੇ ਤੇ ਸਿਰਫ ਮਿੱਟੀ ਹੋਰ ਪਾਉਣਗੇ ਤਾਂ ਕਿ ਤੁਸੀਂ ਹੋਰ ਨੀਚੇ ਦਬ ਜਾਓ, ਤਾਂ ਕਿ ਉਹ ਉੱਤੇ ਹੋਣ, ਤੁਸੀਂ ਨੀਚੇ ਹੋਵੋ। ਯਾ, ਸੋ ਇਹ ਸਾਰੇ ਕੁਝ ਦੇ ਵਿੱਚ ਆਪਾਂ ਨੂੰ ਆਪਣੀ ਕਦਰ ਬਾਹਰੋਂ ਲੱਭਣੀ ਬੰਦ ਕਰਨੀ ਪੈਣੀ। ਦੈਟਸ ਦ ਫਰਸਟ ਥਿੰਗ। ਯਾ, ਕਿਉਂਕਿ ਜਦੋਂ ਆਪਾਂ ਆਪਣੀ ਕਦਰ ਬਾਹਰੋਂ ਲੱਭਣੀ ਬੰਦ ਕਰ ਦਿੰਦੇ ਆ, ਉਦੋਂ ਅਸੀਂ ਸਭ ਤੋਂ ਪਹਿਲਾਂ ਤਾਂ ਜਿੱਦਾਂ ਆਪਾਂ ਕਹੀਏ ਨਾ, ਕੋਈ ਬਕਟ ਹੋਵੇ, ਉਹਦੇ ਵਿੱਚ ਹੋਲ ਹੋਇਆ ਹੋਇਆ, ਉਹ ਚੋਂ whether it's water or ਰੇਤਾ, ਜੋ ਕੁਝ ਵੀ ਹੈਗਾ, ਜੋ ਕੁਝ ਅੱਛਾ ਬਾਹਰ ਨਿਕਲਦਾ ਪਿਆ। ਹਾਂਜੀ। ਸੋ ਪਹਿਲੀ ਚੀਜ਼ ਆਪਾਂ ਕੀ ਕਰਾਂਗੇ, ਆਪਾਂ ਉਹ ਜਿਹੜਾ ਬਾਹਰ ਫਲੋ ਜਾਂਦਾ ਪਿਆ ਬੰਦ ਕਰਾਂਗੇ ਆਪਾਂ। ਸੋ ਦੈਟਸ ਦ ਫਰਸਟ ਥਿੰਗ, ਕਿ ਤੁਸੀਂ ਨੋ ਕਹਿਣਾ ਸ਼ੁਰੂ ਕਰਨਾ। ਕਦਰ ਉੱਥੇ ਹੁੰਦੀ ਹੈ ਜਿੱਥੇ ਅਗਲੇ ਨੂੰ ਪਤਾ ਹੈ ਕਿ ਇਸ ਬੰਦੇ ਨੂੰ ਆਪਣੀ ਵੈਲਿਊ ਆਪ ਪਤਾ ਹੈ। ਸੈਲਫ ਰਿਸਪੈਕਟ। ਯੈਸ, ਸੈਲਫ ਰਿਸਪੈਕਟ। ਸੋ ਸਾਨੂੰ ਆਪਣੀ ਸੈਲਫ ਰਿਸਪੈਕਟ ਤੇ ਕੰਮ ਕਰਨਾ ਪੈਣਾ ਪਹਿਲਾਂ ਤਾਂ। ਐਬਸੋਲੂਟਲੀ, ਐਬਸੋਲੂਟਲੀ। ਰੀਜ਼ਨ ਬੀਇੰਗ, ਹੁਣ ਜਿਹੜਾ ਇਹ ਪੈਨ ਹੈਗਾ, ਅਗਰ ਤੁਹਾਨੂੰ ਪਤਾ ਹੈ ਕਿੰਨਾ ਵਧੀਆ ਪੈਨ ਹੈ, ਤੁਹਾਡੇ ਵਾਸਤੇ ਇਹਦੀ ਵੈਲਿਊ ਮੇ ਬੀ $100 ਹੋਵੇ, ਮੈਨੂੰ ਨਹੀਂ ਪਤਾ, ਮੇਰੇ ਵਾਸਤੇ $1 ਵੀ ਹੋ ਸਕਦੀ ਹੈ। ਜਾਂ ਮੇਰੇ ਵਾਸਤੇ, ਮੈਨੂੰ ਪੈਨ ਪਹਿਲੀ ਵਾਰ ਨਜ਼ਰ ਆਇਆ, ਮੇਰੇ ਵਾਸਤੇ ਤੁਸੀਂ ਜੇ 1000 ਵੀ ਕਹੋਗੇ, ਮੈਂ ਕਹੂੰਗੀ ਯਾ ਸ਼ੋਰ, ਆਈ ਨੀਡ ਦਿਸ ਪੈਨ ਟੂ ਰਾਈਟ। ਸੋ ਵੈਲਿਊ ਜਿਹੜੀ ਹੈਗੀ ਹੈ ਚੀਜ਼ਾਂ ਦੀ, ਅਸੀਂ ਤੈਅ ਕਰਦੇ ਹਾਂ। ਯਾ, ਸਾਡੀ ਅਸੀਂ ਆਪ ਤੈਅ ਕਰਦੇ ਹਾਂ, ਕਿਉਂਕਿ ਅਸੀਂ ਚੀਜ਼ ਨਹੀਂ ਹੈਗੇ। ਯਾ, ਠੀਕ ਹੈ? ਜਦੋਂ ਅਸੀਂ ਚੀਜ਼ ਨਹੀਂ ਹੈਗੇ, ਸਾਡੀ ਵੈਲਿਊ ਅਸੀਂ ਆਪ ਤੈਅ ਕਰਨੀ ਹੈ, ਦੈਨ ਯੂ ਗੋਟਾ ਮੇਕ ਸ਼ੋਰ ਕਿ ਅਸੀਂ ਆਪਣੇ ਆਪ ਨੂੰ ਕਦੇ ਵੀ ਵੀ ਡੋਂਟ ਸੈਲ ਆਵਰਸੈਲਵਸ ਸ਼ੋਰਟ, ਕਿ ਅਸੀਂ ਇਹ ਨਾ ਕਦੇ ਕਰੀਏ ਕਿ ਇਸ ਪੈਨ ਵਾਂਗੂ ਕਿ ਅੱਜ ਇਹ $10 ਦਾ ਵੀ ਹੋ ਸਕਦਾ ਹੈ, 1 ਦਾ ਵੀ ਹੋ ਸਕਦਾ। ਨੋ, ਸਾਡੀ ਵੈਲਿਊ ਜਿਹੜੀ ਹੈਗੀ ਹੈ ਨਾ, ਲੱਖਾਂ ਦੇ ਵਿੱਚ ਆ। ਇਟਸ ਇਨਫਿਨਿਟੀ। That's about it. Number 8 ਭਾਵੇਂ ਦੇਖ ਲਓ, ਭਾਵੇਂ ਜਿੱਧਰ ਨੂੰ ਮਰਜ਼ੀ ਦੇਖ ਲਓ, it doesn't ever ends. Yeah. And that's who we are. Yeah.
या बिल्कुल सही किया कि अपने आप ਤੇ ਕੰਮ ਕਰਨਾ ਪੈਣਾ ਪਹਿਲਾਂ ਆਪਣੀ ਸੈਲਫ ਰਿਸਪੈਕਟ ਤੇ ਸਾਨੂੰ ਆਪਣੇ ਆਪ ਨੂੰ ਇਹ ਰਿਅਲਾਈਜ਼ ਕਰਵਾਉਣਾ ਪਏਗਾ ਕਿ ਵੀ ਆਰ ਬੈਟਰ ਦੈਨ ਅਦਰ ਪਰਸਨ ਰਾਈਟ ਜੇ ਅਸੀਂ ਕਹਾਂਗੇ ਕਿ ਨਹੀਂ ਸਭ ਉਹੀ ਹੈ ਸਾਡੇ ਲਈ ਉਹ ਜੋ ਕਹੂਗਾ ਉਹੀ ਸਭ ਸਹੀ ਹੈ ਅਸੀਂ ਆਪਣੇ ਬਾਰੇ ਸੋਚ ਹੀ ਨਹੀਂ ਰਹੇ ਕਿ ਅਸੀਂ ਕੌਣ ਆ ਜਾਂ ਕੀ ਆ ਨਾ ਸੋ ਵੀ ਹੈਵ ਟੂ ਹੈਵ ਆਰ ਆਇਡੈਂਟੀਟੀ ਆਪਾਂ ਨੂੰ ਆਪਣੀ ਆਇਡੈਂਟੀਟੀ ਬਣਾਉਣੀ ਪਊਗੀ ਆਪਾਂ ਨੂੰ ਆਪਣੀ ਆਇਡੈਂਟੀਟੀ ਦੇ ਵਾਸਤੇ ਵੀ ਹੈਵ ਟੂ ਸਟੈਂਡ ਅਪ ਐਂਡ ਵੀ ਗੋਟਾ ਮੇਕ ਸ਼ੋਰ that ਸਾਡੇ ਉੱਤੇ ਜੇ ਕੋਈ ਵੀ ਹੋਰ ਪ੍ਰਾਈਸ ਟੈਗ ਲੱਗਾ ਹੋਇਆ ਜਿਹਦੇ ਉੱਪਰ ਸੇਲ ਦਾ ਵੀ ਲੱਗਾ ਹੋਇਆ ਨਾ ਭਾਵੇਂ ਲਿਕੁਇਡੇਸ਼ਨ ਸੇਲ ਲੱਗਾ ਹੋਇਆ we got hands take it off rip it apart ਤੁਸੀਂ ਆਪਦੀ ਵੈਲਿਊ ਆਪ ਹਰ ਵੇਲੇ ਕਿਸੇ ਵੀ ਜਗ੍ਹਾ ਤੇ ਕਿਸੇ ਵੀ ਮੌਕੇ ਦੇ ਉੱਪਰ ਕਿਸੇ ਵੀ ਥਾਂ ਦੇ ਉੱਤੇ you are the one who decides nobody else decides because ਦੇਖੋ ਰਿਸਪੈਕਟ ਅਸੀਂ ਸਾਨੂੰ ਕਰਨੀ ਚਾਹੀਦੀ ਹੈ ਹਰ ਰਿਸ਼ਤੇ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਹਰ ਉਸ ਇਨਸਾਨ ਦੀ ਰਿਸਪੈਕਟ ਕਰਨੀ ਚਾਹੀਦੀ ਜਿਹੜਾ ਸਾਡੇ ਸਰਕਲ 'ਚ ਸਾਡੇ ਫੈਮਿਲੀ 'ਚ ਸਾਡੇ ਨਾਲ ਹੈ ਜਿਹੜਾ ਸਾਨੂੰ ਮਿਲਦਾ ਹੈ ਲੇਕਿਨ ਰਿਸਪੈਕਟ ਦੇ ਨਾਲ ਜੇ ਤੁਹਾਨੂੰ ਕੋਈ ਗ੍ਰਾਂਟਡ ਲੈਣ ਲੱਗ ਜਾਵੇ ਕਿ ਹਾਂ ਇਹ ਮੇਰੀ ਰਿਸਪੈਕਟ ਕਰਦੀ ਹੈ ਇਹਨੂੰ ਤਾਂ ਮੈਂ ਹੁਣ ਜੋ ਮਰਜ਼ੀ ਕਹੂੰਗਾ ਇਹ ਕਰ ਦੂਗੀ ਜਾਂ ਕਰ ਲੇਗੀ ਜਾਂ ਕਰ ਲੇਗਾ ਹੈ ਨਾ ਸੋ ਆਈ ਥਿੰਕ ਉਹ ਚੀਜ਼ ਕਿਤੇ ਨਾ ਕਿਤੇ ਫਿਰ ਕਦਰ ਗਵਾਉਣ ਵਾਲੀ ਗੱਲ ਹੋ ਜਾਂਦੀ ਹੈ ਇਹ ਚੀਜ਼ ਆਪਣੀ ਫਿਰ ਵਾਪਸ ਜਾਂਦੀ ਹੈ ਬਚਪਨ ਦੇ ਵਿੱਚ ਬਚਪਨ ਦੇ ਵਿੱਚ ਘਰੇ ਜਦੋਂ ਕੋਈ ਆਉਂਦਾ ਸੀ ਕੀ ਕਰਦੇ ਸੀ ਆਫ ਸੋ ਐਂਡ ਸੋ ਅੰਕਲ ਜਾਂ ਆਂਟੀ ਗੋ ਸੇ ਸਤਿ ਸ਼੍ਰੀ ਅਕਾਲ ਐਂਡ ਯੂ ਹੈਵ ਟੂ ਸੇ ਸਤਿ ਸ਼੍ਰੀ ਅਕਾਲ ਐਂਡ ਯੂ ਹੈਵ ਟੂ ਟਾਕ ਦਿਸ ਮਚ ਐਂਡ ਦਿਸ ਐਂਡ ਦੈਟ ਐਂਡ ਬਲਾ 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 ਨੋ ਆਪਾਂ ਉੱਥੇ ਦੱਸ ਦਿੰਦੇ ਹਾਂ ਕਿ ਤੁਹਾਡੀ ਆਪਣੀ ਕੋਈ ਸਪੇਸ ਨਹੀਂ ਹੈਗੀ ਤੁਹਾਡੀ ਆਪਣੀ ਕੋਈ ਜਗ੍ਹਾ ਜਾਂ ਵੈਲਿਊ ਨਹੀਂ ਹੈਗੀ ਯੂ ਹੈਵ ਟੂ ਡੂ ਵਾਟਐਵਰ ਯੂ ਆਰ ਬੀਇੰਗ ਟੋਲਡ ਜਿਹੜੀ ਉਹ ਕੰਡੀਸ਼ਨਿੰਗ ਹੋ ਗਈ ਹੋਈ ਹੈ ਬਚਪਨ ਤੋਂ ਕਿ ਤੁਸੀਂ ਸਭ ਕੁਝ ਸਿਰਫ ਉਹ ਕਰਦੇ ਪਏ ਹੋ ਜੋ ਤੁਹਾਨੂੰ ਦੱਸਿਆ ਜਾਂਦਾ ਪਿਆ ਦੈਟਸ ਦ ਕੰਡੀਸ਼ਨਿੰਗ ਵੀ ਹੈਵ ਟੂ ਬ੍ਰੇਕ ਜਿਹੜੇ ਐਡਲਟਸ ਹੈਗੇ ਆ ਉਹਨਾਂ ਦੇ ਵਿੱਚ ਜਿਹੜੀ ਕੰਡੀਸ਼ਨਿੰਗ ਹੈਗੀ ਹੈ ਇਹ ਲਿਟਰਲੀ ਵੀ ਕੈਨ ਬ੍ਰੇਕ ਇਟ ਇਨ 21 ਡੇਜ਼ ਓਕੇ ਕਿਉਂਕਿ 21 ਦਿਨਾਂ ਦੇ ਵਿੱਚ ਅਸੀਂ ਆਪਣੇ ਦਿਮਾਗ ਨੂੰ ਰੀਵਾਇਰ ਕਰ ਸਕਦੇ ਹਾਂ ਬੜੀ ਈਜ਼ੀਲੀ ਓਕੇ ਯੂ نو ਇਹ ਜਿਹੜੀਆਂ ਚੀਜ਼ਾਂ ਅਸੀਂ ਬਚਪਨ ਦੇ ਵਿੱਚ ਸਿੱਖੀਆਂ ਨੇ ਜਿਹੜੀਆਂ ਸਾਡੇ ਕੰਮ ਨਹੀਂ ਆ ਰਹੀਆਂ ਉਹਨਾਂ ਨੂੰ ਅਣਸਿੱਖਿਆ ਕਰਨਾ ਇਹ ਲਿਟਰਲੀ ਵਨ ਆਫ ਦ ਥਿੰਗਸ ਇਹ ਮੇਰਾ ਪੈਟ ਪ੍ਰੋਜੈਕਟ ਹੈ ਆਈ ਲਵ ਟੂ ਡੂ ਦੈਟ ਰੀਜ਼ਨ ਬੀਇੰਗ ਸਾਡੇ even most of my friends even ਮੇਰੇ family ਦੇ ਵਿੱਚ ਮੇਰੇ even most of the people who get in touch with 21 days to happiness ਉਹਨਾਂ ਸਭ ਦੀ ਇਹੀ ਚੀਜ਼ ਹੈ they have become somebody they do not want to stay that person and they want to change they want to grow they want to be a better person and that is exactly what we're doing over here as well and ਇਸੇ ਵਾਸਤੇ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਦੀ ਪਈ ਸੀ ਕਿ ਆਪਾਂ ਆਪਣੀ ਕਮਿਊਨਿਟੀ ਦੇ ਵਿੱਚ we're going to bring mental health awareness events okay ਠੀਕ ਹੈ ਉਹ ਉਹਨਾਂ ਦੇ ਬਾਰੇ ਆਪਾਂ ਤੁਹਾਡੇ ਸ਼ੋਅ ਦੇ ਵਿੱਚ ਆਪਾਂ ਹੋਰ ਵੀ ਗੱਲ ਕਰਦੇ ਹਾਂ ਬਿਲਕੁਲ ਬਿਲਕੁਲ ਔਰ ਬਹੁਤ ਵਧੀਆ ਮੈਨੂੰ ਲੱਗ ਰਿਹਾ ਕਿ ਤੁਸੀਂ ਕੰਮ ਕਰ ਰਹੇ ਹੋ ਇਹਦੇ ਉੱਪਰ ਮੈਂਟਲ ਹੈਲਥ ਦੇ ਉੱਪਰ ਕਿਉਂਕਿ ਮੈਂਟਲ ਹੈਲਥ ਦਾ ਇਸ਼ੂ ਜਿਹੜਾ ਹੈ ਹੁਣ ਕੋਵਿਡ ਤੋਂ ਬਾਅਦ ਬਹੁਤ ਜ਼ਿਆਦਾ ਹੋ ਗਿਆ ਬਹੁਤ ਜ਼ਿਆਦਾ ਇਨਕਰੀਜ਼ ਹੋ ਗਿਆ ਇਹ ਨਹੀਂ ਸਿਰਫ ਇਹ ਨਹੀਂ ਕਿ ਸਿਰਫ ਇੱਕ ਪਾਰਟਿਕੂਲਰ ਏਜ ਗਰੁੱਪ 'ਚ ਹਰ ਇੱਕ ਏਜ ਗਰੁੱਪ 'ਚ ਬੱਚਿਆਂ 'ਚ ਵੀ ਹੈ ਬਜ਼ੁਰਗਾਂ 'ਚ ਵੀ ਹੈ ਨੌਜਵਾਨਾਂ ਦੇ ਵਿੱਚ ਵੀ ਹੈ और हर इंसान कितने ना कितने डिप्रेशन एंजाइटी और ये चीज़ पैनिक हो रहा है डील कर रहा है ना चीज़ और वो बुलिंग भी हैगी हाँ बुलिंग भी हैगी है और वो रीजन सिर्फ घर च कल्ले रहने नाल नहीं है ਉਹ ਰਿਸ਼ਤਿਆਂ ਨਾਤਿਆਂ ਦੇ ਕਾਰਨ ਵੀ ਹੈ ਉਸ ਵਰਕ ਪਲੇਸ ਦੇ ਕਾਰਨ ਵੀ ਉਹਨਾਂ ਦੇ ਨਾਲ ਹੋ ਰਿਹਾ ਹੈ ਸੋਸਾਇਟੀ ਦੇ ਪ੍ਰੈਸ਼ਰ ਦੇ ਕਾਰਨ ਵੀ ਹੋ ਰਿਹਾ ਰਾਈਟ ਸੋ ਬਹੁਤ ਅੱਛੀ ਗੱਲ ਹੈ ਕਿ ਤੁਸੀਂ ਇਹ ਤੇ ਕੰਮ ਕਰ ਰਹੇ ਹੋ ਔਰ ਆਈ ਥਿੰਕ ਹਰ ਇਨਸਾਨ ਨੂੰ ਸਾਨੂੰ ਮਿਲ ਕੇ ਇਸ ਚੀਜ਼ ਦੇ ਉੱਪਰ ਕੰਮ ਕਰਨਾ ਚਾਹੀਦਾ ਹੈ ਔਰ ਸਭ ਤੋਂ ਪਹਿਲਾਂ ਜਿੱਦਾਂ ਤੁਸੀਂ ਦੱਸਿਆ ਕਿ ਆਪਣੇ ਉੱਪਰ ਪਹਿਲਾਂ ਤਾਂ ਆਪਣੀ ਸੈਲਫ ਰਿਸਪੈਕਟ ਦੇ ਉੱਪਰ ਅਸੀਂ ਕੰਮ ਕਰਨਾ ਅਸੀਂ ਪਹਿਲਾਂ ਆਪਣੇ ਆਪ ਨੂੰ ਸਟਰੋਂਗ ਕਰਨਾ ਦੈਨ ਫਰਸਟ ਥਿੰਗ ਫਰਸਟ ਰਾਈਟ ਸੋ ਤਾਈਓ ਅਸੀਂ ਆਪਣੀ ਕਦਰ ਆਪ ਕਰਵਾ ਸਕਦੇ ਹਾਂ ਬਿਲਕੁਲ ਬਿਲਕੁਲ ਪਹਿਲਾਂ ਆਪਣੀ ਕਦਰ ਆਪ ਕਰੀਏ ਠੀਕ ਹੈ ਆਪਣਾ ਜਿਹੜਾ ਹੈਗਾ ਨਾ ਅਸੀਂ ਆਪਣੀ ਕਹਿੰਦੇ ਹੁੰਦੇ ਨੇ ਘਰੋਂ ਜਾਈਏ ਖਾ ਕੇ ਅੱਗੋਂ ਮਿਲਣ ਪਕਾ ਕੇ ਬਿਲਕੁਲ ਅਗਰ ਆਪਣੀ ਇੱਜ਼ਤ ਆਪ ਕਰਾਂਗੇ ਆਪਣੀ ਕਦਰ ਆਪ ਕਰਾਂਗੇ ਫਿਰ ਸਾਡੀ ਬਾਹਰ ਕਦਰ ਹੋਊਗੀ ਦੈਟਸ ਟਰੂ ਸਹੀ ਕਹਿ ਰਹੇ ਹੋ ਯਾ ਬਿਲਕੁਲ ਸਹੀ ਕਹਿ ਰਹੇ ਹੋ ਕਿਉਂਕਿ ਆਪਣੇ ਆਪ ਨੂੰ ਪਹਿਲਾਂ ਸਾਬਿਤ ਕਰਕੇ ਦਿਖਾਣਾ ਪੈਂਦਾ ਹੈ ਕਿ ਮੈਂ ਹੈਗੀ ਆ ਕੁਛ ਜਾਂ ਮੈਂ ਆਈ ਐਗਜ਼ਿਸਟ ਆਈ ਕੈਨ ਡੂ ਇਟ ਆਈ ਐਗਜ਼ਿਸਟ ਹੈ ਨਾ ਕਿ ਮੇਰੇ ਅੰਦਰ ਵੀ ਇਮੋਸ਼ਨਸ ਹੈਗੇ ਆ ਆਈ ਕੈਨ ਸਪੀਕ ਅਪ ਕਿ ਜੇ ਕੁਝ ਗਲਤ ਹੋ ਰਿਹਾ ਹੈ ਬਿਲਕੁਲ ਜੇ ਕੁਝ ਗਲਤ ਹੋ ਰਿਹਾ ਹੈ ਉਹਨੂੰ ਨਜ਼ਰ ਅੰਦਾਜ਼ ਨਾ ਕਰੋ ਬਿਲਕੁਲ ਉਹਦੇ ਲਈ ਜ਼ਰੂਰ ਦੱਸੋ ਅਗਲੇ ਪਰਸਨ ਨੂੰ ਹੀ ਇਜ਼ ਨਾਟ ਰਾਈਟ ਹੀ ਇਜ਼ ਰੋਂਗ ਐਬਸੋਲੂਟਲੀ ਰਾਈਟ ਯੂ ਹੈਵ ਟੂ ਸਪੀਕ ਅਪ ਤੁਸੀਂ ਕਦੇ ਵੀ ਇਹ ਨਹੀਂ ਕਰਨਾ ਕਿ ਉਹ ਜਿਵੇਂ ਕੁਝ ਕਿਹਾ ਝਗੜਾ ਵਧੂਗਾ ਜਦੋਂ ਤੁਸੀਂ ਇਸ ਡਰ ਦੇ ਵਿੱਚੋਂ ਕਿ ਜਿਵੇਂ ਕੁਝ ਕਿਹਾ ਝਗੜਾ ਵਧੂਗਾ ਇਟ ਮੀਨਸ ਯੂ ਆਰ ਲਿਵਿੰਗ ਇਨ ਅਬਿਊਜ਼ ਇਹ ਤੁਹਾਡਾ ਪਹਿਲਾ ਸਾਈਨ ਹੈ ਅਬਿਊਜ਼ ਦਾ ਬਟ ਉਹਦੇ ਵਿੱਚ ਕਈ ਵਾਰੀ ਹੈਪੀ ਉਹ ਗੱਲਾਂ ਜਿਹੜੀਆਂ ਸਾਨੂੰ ਸਾਡੇ ਪੇਰੈਂਟਸ ਨੇ ਜਾਂ ਇਹ ਸਾਰਿਆਂ ਨੇ ਇਹ ਚੀਜ਼ਾਂ ਸਿਖਾਈਆਂ ਨਾ
ਕਿ ਨਹੀਂ ਤਾਂ ਕਿਉਂ ਗਿਆ, ਇਕੁਐਲਿਟੀ ਨਾ ਸਿਖਾਈ ਹੋਈ। ਹਾਂ ਤਾਂ ਕਿਉਂ ਗਿਆ, ਘਰ ਇਦਾਂ ਹੀ ਚੱਲਦੇ ਆ। ਹਾਂ, ਉਹ ਇਹ ਜਿਹੜਾ ਆ ਪੈਟਰਨ ਹੈਗਾ ਆ ਹਾਂ। ਕਿ ਜਿਹੜੀ ਆ ਫੀਮੇਲ ਆ ਇਹ ਸਾਰਾ ਕੁਝ ਕਰਦੀ ਪਈ ਆ, ਐਂਡ ਅਸੀਂ ਅਬਿਊਜ਼ ਨੂੰ ਇੰਨਾ ਗਲੋਰੀਫਾਈ ਕਰਦੇ ਆ। ਆਮ ਤੌਰ ਤੇ ਫੇਸਬੁੱਕ ਤੇ ਲਿਖਿਆ ਹੁੰਦਾ ਉਹ ਬਹੁਤੇ ਘਰ ਇਸ ਵਾਸਤੇ ਚੱਲਦੇ ਨੇ ਕਿ ਔਰਤ ਚੁੱਪ ਰਹਿੰਦੀ ਹੈ ਜੇ ਉਹ ਬੋਲਣ ਲੱਗ ਪਏ ਬਲਾ 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 ਬਲਾ। ਇਟਸ ਲਾਈਕ ਹਾਂ, ਸੋ ਯੂ ਐਕਚੁਅਲੀ ਵਾਂਟ ਦ ਵੂਮਨ ਟੂ ਬੀ ਅਬਿਊਜ਼ਡ, ਬੁਲੀਡ, ਯਾ ਠੀਕ ਹੈ, ਉਹਦੀ ਐਗਜ਼ਿਸਟੈਂਸ ਨਾ ਹੋਵੇ। ਯਾ ਐਂਡ ਜੇ ਉਹ ਆਪਣੀ ਐਗਜ਼ਿਸਟੈਂਸ ਵਾਸਤੇ ਖੜੀ ਹੋ ਗਈ ਫਿਰ ਘਰ ਟੁੱਟ ਗਿਆ। ਘਰ ਤਾਂ ਕਦੇ ਬਣਿਆ ਹੀ ਨਹੀਂ ਸੀ ਹੋਇਆ। ਨਹੀਂ ਨਹੀਂ, ਪਰ ਉਹ ਘਰ ਤੇ ਫਿਰ ਕਦੇ ਬਣਿਆ ਹੀ ਨਹੀਂ ਸੀ। ਯਾ ਯਾ that house was always on the shaky foundation। ਕਿਉਂਕਿ ਜਿਹੜਾ ਬੰਦਾ ਸੀ ਉਹਨੂੰ ਪਤਾ ਸੀਗਾ ਕਿ ਜਿਹੜੀ ਫੀਮੇਲ ਹੈ ਨਾ ਇਹ ਮੇਰੇ ਤੋਂ ਬਿਹਤਰ ਆ, ਇਹ ਜ਼ਿੰਦਗੀ 'ਚ ਅੱਗੇ ਵੱਧ ਸਕਦੀ ਹੈ, ਇਸ ਵਾਸਤੇ ਉਹਨੂੰ ਹੋਲਡ ਬੈਕ ਕਰਦਾ ਪਿਆ ਸੀ। ਕਰਦੇ 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 ਕਰਨ ਨੇ ਇੰਨਾ ਹੋਲਡ ਬੈਕ ਕੀਤਾ that she started feeling ਕਿ she is in a box। ਜਦੋਂ ਤੁਸੀਂ ਅਗਰ ਕਿਸੇ ਨੂੰ ਬਾਕਸ ਬੰਦ ਕਰ ਦੋਗੇ ਫਿਰ ਕੀ ਹੁੰਦਾ? ਫਿਰ ਉਹਨੇ ਅਲਟੀਮੇਟਲੀ ਆਪਣੀ ਸਟਰੈਂਥ ਲੈ ਕੇ ਆਉਣੀ ਹੈ, ਯਾ ਬਾਕਸ ਤੋੜਨਾ ਹੈ, ਯਾ ਬਾਕਸ ਤੋੜ ਕੇ ਫਿਰ ਉਹਨੇ ਬਾਹਰ ਨਿਕਲਣਾ ਆ। ਜੇ ਤੁਸੀਂ ਉਹਨੂੰ ਬਜਾਏ ਬਾਕਸ 'ਚ ਬੰਦ ਕਰਨ ਦੇ you just let them fly where they are, they're gonna come back home। ਯਾ ਯਾ ਸੋ ਜੇ ਆ ਬੰਦਾ ਇਨਸਿਕਿਉਰ ਨਾ ਹੋਊਗਾ, ਜਿਸ ਬੰਦੇ ਨੂੰ ਆਪਣੇ ਆਪ ਲਾਈਕ ਜਸਟ ਗੈਟ ਬਿਜ਼ੀ ਇਨ ਯੋਰ ਲਾਈਫ ਡੂਡ। ਇੰਨਾ ਵਿਹਲਾ ਹੀ ਕਿਉਂ ਹੈ ਕਿ ਤੂੰ ਘਰੇ ਬੈ ਕੇ ਸਿਰਫ ਟੀਵੀ ਦੇਖਦਾ ਪਿਆ, ਆਪਣਾ ਆਈਪੈਡ ਜਾਂ whatever ਤੂੰ ਯੂਜ਼ ਕਰਦਾ ਪਿਆ ਕਿ ਨਹੀਂ, ਕੁਝ ਹੋਰ ਕੰਮ ਕਰ ਲੈ। ਇਫ ਯੂ ਆਰ ਜਸਟ ਟੂ ਫ੍ਰੀ ਦੈਨ ਯੂ ਗੋਨਾ ਬੀ ਜਸਟ ਬਾਦਰਿੰਗ ਹਰ। ਸੋ ਆਹ ਪ੍ਰੋਬਲਮ ਹੈ, ਇਹ ਪ੍ਰੋਬਲਮ ਨਹੀਂ ਹੈ। ਇਨ ਐਵਰੀ ਸਿੰਗਲ ਥਿੰਗ ਪੈਟਰੀਆਰਕੀ ਦੇ ਵਿੱਚ ਮੈਨ ਜਿਹੜਾ ਹੈਗਾ ਨਾ ਉਹਨੂੰ ਇੰਨੇ ਜ਼ਿਆਦਾ ਬਚਪਨ ਤੋਂ ਸਪੈਸ਼ਲ ਕੀਤਾ ਜਾਂਦਾ ਆਪਣੀ ਸਪੈਸ਼ਲੀ ਕਮਿਊਨਿਟੀ ਦੇ ਵਿੱਚ that actually has ruined most of the houses। and women ਨੂੰ always ਇਹ ਸਿਖਾਇਆ ਗਿਆ ਹੈ ਔਰ ਸਿਖਾਇਆ ਜਾਂਦਾ ਹੈ ਕਿ ਤੈਨੂੰ ਹਮੇਸ਼ਾ ਕੰਪਰੋਮਾਈਜ਼ ਕਰਨਾ ਹੈ। ਤਾਂ ਕਿ ਹੋ ਗਿਆ ਉਹ ਤੂੰ ਰਹੇਂਗੀ ਚੁੱਪ ਤਾਂ ਘਰ ਵਧੀਆ ਚੱਲੂਗਾ। you have to be compromised and you have to be support ਕਿ ਤਾਂ ਕਿ ਘਰ ਸਾਰਾ ਕੁਝ ਠੀਕ ਰਹੇ, ਰਿਸ਼ਤੇ ਸਾਰੇ ਠੀਕ ਰਹਿਣ। ਰਾਈਟ, for what? ਰਿਸ਼ਤੇ ਨੂੰ ਚਲਾਉਣ ਲਈ। ਰਾਈਟ, ਅਕਸਰ ਇਹ ਸਿਖਾਇਆ ਜਾਂਦਾ ਹੈ। ਰਾਈਟ, ਯਾ ਪਰ ਜਦੋਂ ਸਿਖਾਉਂਦੇ ਆ ਫਿਰ ਉਸ ਤੋਂ ਬਾਅਦ ਹੁਣ ਇੱਕ ਕੁਐਸਚਨ ਦੀ ਗੱਲ ਆ ਗਈ, why me? no why me, why? ਇਹ ਕਹਿੰਦੇ ਆ ਰਿਸ਼ਤਾ ਠੀਕ ਰਹੂਗਾ। ਓਕੇ, ਜੇ ਮੇਰੇ ਚੁੱਪ ਰਹਿਣ ਨਾਲ ਰਿਸ਼ਤਾ ਠੀਕ ਰਹਿਣ ਤਾਂ ਰਿਸ਼ਤਾ ਤਾਂ ਹੈ ਹੀ ਨਹੀਂਗਾ। ਜੀ ਅੰਡਰਸਟੈਂਡ ਦਾ? ਜੇ ਰਿਸ਼ਤਾ ਹੈ ਹੀ ਨਹੀਂਗਾ, ਐਗਜ਼ਿਸਟ ਹੀ ਨਹੀਂ ਕਰਦਾ, ਫਿਰ ਆਪਾਂ ਬਚਾਉਣੇ ਕੀ ਪਏ ਆ? you know, so we have to make sure ਕਿ ਅਸੀਂ ਜਿਹੜਾ ਇਹ ਪਰਸਨ ਹੈ ਜਿਹੜਾ ਇੰਨਾ ਜ਼ਿਆਦਾ ਓਵਰਵੈਲਮਡ ਆ, ਅਸੀਂ ਇਹਨੂੰ ਮੇਕ ਸ਼ੋਰ ਕਰਨਾ ਹੈ ਕਿ ਇਹਨੂੰ ਆਪਣੀ ਪਛਾਣ ਹੋਵੇ। ਜਦੋਂ ਇਹਨੂੰ ਆਪਣੀ ਪਛਾਣ ਹੋ ਗਈ, ਇਹਨੂੰ ਆਪਣੀ ਵੈਲਿਊ ਪਤਾ ਲੱਗੀ, ਉਦੋਂ ਜਿਹੜੇ ਆਲੇ ਦੁਆਲੇ ਦੇ ਲੋਕੀ ਆ ਦੇ ਲਰਨ, ਬਿਕਾਜ਼ ਜਿਹੜਾ ਆਪਣਾ এনवायरमेंट ਹੈ ਨਾ ਇਹ ਸਾਡੇ ਨਾਲ ਚੇਂਜ ਹੁੰਦਾ ਹੈ। ਠੀਕ ਹੈ, ਐਂਡ ਐਕਚੁਅਲੀ ਜਦੋਂ ਤੁਸੀਂ ਇਕੱਲੇ ਹੁੰਦੇ ਹੋ ਉਦੋਂ ਇਹ ਕਰਨਾ ਮੁਸ਼ਕਿਲ ਹੁੰਦਾ ਹੈ। ਦੈਟਸ ਦ ਰੀਜ਼ਨ I'm right here to help each and every person who's going through abuse or in abuse। Reason being, ਅਸੀਂ ਕਿਸੇ ਨੂੰ ਵੀ ਇਹ ਨਹੀਂ ਕਹਿੰਦੇ ਪਏ ਕਿ ਤੁਸੀਂ you break out and go out of anywhere। No, you have to have your own identity, you have to have your own respect। ਜੇ ਇਹ ਕਰਦੇ ਆ ਜਿਹੜਾ ਬੰਦਾ ਹੈ ਜਾਂ ਜੇ ਇਹ ਕਰਦੇ ਆ ਜਿਹੜੀ ਜਨਾਨੀ ਹੈ, abuser could be female too, a lot of cases ਇਹ ਵੀ ਹੈਗਾ ਆ। ਸੋ ਜੇ ਇਹ ਕਰਦੇ ਆ ਜਿਹੜਾ ਸਪਾਊਸ ਹੈ ਉਹਨੂੰ ਇਨਸਿਕਿਉਰਿਟੀ ਹੋ ਗਈ ਹੋਈ ਹੈ, they need to work on that। communication problem ਜਿਹੜੀ ਹੈਗੀ ਹੈ ਨਾ ਉਹ ਵੀ ਫਿਰ ਉੱਥੇ ਬਣ ਜਾਂਦੀ ਹੈ ਬਹੁਤ ਜ਼ਿਆਦਾ। ਬਿਲਕੁਲ, ਔਰ ਅਬਿਊਜ਼ ਜ਼ਰੂਰੀ ਨਹੀਂ ਹੈ ਕਿ ਸਿਰਫ ਆਦਮੀ ਔਰਤਾਂ ਦਾ ਕਰਦੇ, ਕਈ ਵਾਰੀ ਔਰਤਾਂ ਵੀ ਆਦਮੀਆਂ ਦਾ ਅਬਿਊਜ਼ ਕਰਦੀਆਂ ਵਾ। ਜਾਨੀ ਦੈਪ ਐਂਬਰ ਹਰਡ ਦੇ ਕੇਸ ਦੇ ਵਿੱਚ ਯੂ ਕੈਨ ਸੀ ਦੈਟ ਰਾਈਟ देयर। ਯਾ ਇਹ ਦੋਨੋਂ ਪਾਸੇ ਹੁੰਦਾ ਕਿਤੇ ਨਾ ਕਿਤੇ। ਰਿਸ਼ਤਿਆਂ ਦੇ ਵਿੱਚ ਇਹ ਬਹੁਤ ਅਕਸਰ ਦੇਖਿਆ ਜਾਂਦਾ ਔਰ ਕੰਮ ਕਾਜ ਦੀ ਜਗ੍ਹਾ ਤੇ ਵੀ ਦੇਖਿਆ ਜਾਂਦਾ, ਬਟ ਉਹੀ ਅਗੇਨ ਗੱਲ ਉਹੀ ਆ ਜਾਂਦੀ ਹੈ ਕਿ ਪਹਿਲਾਂ ਸਾਨੂੰ ਆਪਣੇ ਆਪ ਤੇ ਵਰਕਆਊਟ ਕਰਨਾ ਪਏਗਾ ਤਾਂ ਕਿ ਬਾਕੀ ਚੀਜ਼ਾਂ ਜਿਹੜੀਆਂ ਫਿਕਸ ਹੋ ਸਕਦੀਆਂ। ਰਾਈਟ, ਸੋ ਬਹੁਤ ਵਧੀਆ ਲੱਗਿਆ ਹੈਪੀ ਤੁਹਾਡੇ ਨਾਲ ਗੱਲਬਾਤ ਕਰਕੇ ਅੱਜ ਦੀ ਇਸ ਚੀਜ਼ ਦੇ ਉੱਪਰ ਕਿ ਕਦਰ ਕਿਸ ਤਰ੍ਹਾਂ ਕਰਵਾ ਸਕਦੇ ਹਾਂ ਜਾਂ ਉਹਦੇ ਲਈ ਕਿੱਦਾਂ ਆਪਾਂ ਵਰਕਆਊਟ ਕਰ ਸਕਦੇ ਹਾਂ ਤਾਂ ਕਿ ਯੂ نو ਤੁਸੀਂ ਆਪਣੇ ਆਪ ਦੀ ਪਹਿਲਾਂ ਕਦਰ ਕਰੋਗੇ ਤਾਂ ਲੋਕੀ ਤੁਹਾਡੀ ਕਰਨਗੇ ਜ਼ਰੂਰ ਨਾ। ਸੋ ਉਹਦੇ ਤੇ ਵਰਕਆਊਟ ਕਰਨ ਦੀ ਜ਼ਰੂਰਤ ਹੈ ਕਿਉਂਕਿ ਮੈਂਟਲ ਹੈਲਥ ਜਿਹੜਾ ਇਦਾਂ ਦਾ ਇਸ਼ੂ ਹੈਗਾ, ਮੈਂਟਲ ਹੈਲਥ ਸਿਰਫ ਦਿਮਾਗ ਤੇ ਹੀ ਅਸਰ ਨਹੀਂ ਕਰ ਰਿਹਾ, ਸਾਡੇ ਮਾਈਂਡ ਤੇ ਅਸਰ ਨਹੀਂ ਕਰ ਰਿਹਾ, ਸਾਡੀ ਪੂਰੀ ਬਾਡੀ ਤੇ ਅਸਰ ਕਰਦਾ। ਬਿਲਕੁਲ ਸਾਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਹੋ ਜਾਂਦੀਆਂ ਸਾਨੂੰ। ਕਈ ਤਰ੍ਹਾਂ ਦੀਆਂ ਪ੍ਰੋਬਲਮ ਸਾਡੀ ਬਾਡੀ ਦੇ ਵਿੱਚ ਬਾਹਰ ਨਿਕਲਦੀਆਂ ਜਦੋਂ ਅਸੀਂ ਮੈਂਟਲੀ ਸਕੂਨ ਚ ਨਹੀਂ ਹੈਗੇ ਜਾਂ ਮੈਂਟਲੀ ਅਪਸੈਟ ਹੈਗੇ ਅਸੀਂ। ਔਰ ਉਹਨੂੰ ਸਮਝਣ ਲਈ ਸਾਨੂੰ ਕਿਸੇ ਪ੍ਰੋਫੈਸ਼ਨਲ ਦੀ ਹੈਲਪ
ਹੈਲਪ ਜ਼ਰੂਰ ਲੈਣੀ ਚਾਹੀਦੀ ਹੈ। ਕਈ ਵਾਰੀ ਕੀ ਹੁੰਦਾ ਕਿ ਕਈ ਇੱਦਾਂ ਦੇ ਸਵਾਲ ਹੁੰਦੇ ਆ ਜਿਹੜੇ ਅਸੀਂ ਇਕੱਲੇ ਸੋਚਦੇ ਰਹਿੰਦੇ ਆ, ਔਰ ਅਸੀਂ ਕਿਸੇ ਨਾਲ ਡਿਸਕਸ ਵੀ ਨਹੀਂ ਕਰ ਸਕਦੇ, ਅਸੀਂ ਇਕੱਲੇ ਬੈਠੇ ਰੋਂਦੇ ਰਹਿੰਦੇ ਆ, ਪਰ ਅਸੀਂ ਕਿਸੇ ਨੂੰ ਕੁਝ ਕਹਿ ਵੀ ਨਹੀਂ ਸਕਦੇ ਕਿਉਂਕਿ ਸਾਨੂੰ ਪਤਾ ਸਾਹਮਣੇ ਵਾਲਾ ਬੰਦਾ ਸਾਨੂੰ ਸਮਝਣ ਵਾਲਾ ਨਹੀਂ ਹੈਗਾ, ਉਹ ਸਾਡੇ ਇਮੋਸ਼ਨਸ ਨੂੰ ਨਹੀਂ ਸਮਝ ਸਕਦਾ। ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਸਾਨੂੰ ਇੱਕ ਪ੍ਰੋਫੈਸ਼ਨਲ ਦੀ ਜ਼ਰੂਰਤ ਹੁੰਦੀ ਹੈ ਜਿਹੜਾ ਬਿਲਕੁਲ ਪ੍ਰਾਈਵੇਸੀ ਰੱਖ ਕੇ ਤੁਹਾਡੀਆਂ ਚੀਜ਼ਾਂ ਨੂੰ ਸਮਝੇ, ਤੁਹਾਡੇ ਨਾਲ ਡਿਸਕਸ ਕਰੇ, ਤੁਹਾਨੂੰ ਗਾਈਡ ਕਰੇ, ਤੁਹਾਨੂੰ ਹਿੰਮਤ ਦੇਵੇ। ਕਿਉਂਕਿ ਜੇ ਕਹਿੰਦੇ ਲਾਈਫ ਦੇ ਵਿੱਚ ਇੱਕ ਇਨਸਾਨ ਵੀ ਮੈਂਟਲੀ ਤੁਹਾਨੂੰ ਸਪੋਰਟ ਦੇਣ ਵਾਲਾ ਹੁੰਦਾ ਨਾ, ਮੈਂਟਲੀ ਮੋਰਲੀ ਸਪੋਰਟ ਦੇਣ ਵਾਲਾ ਹੁੰਦਾ, ਦੈਨ ਯੂ ਕੈਨ ਡੂ ਵੰਡਰਸ, ਯੂ ਕੈਨ ਡੂ ਮੈਨੀ ਥਿੰਗਸ, ਰਾਈਟ? ਕਿਉਂਕਿ ਉਹ ਇਨਸਾਨ ਤੁਹਾਡੀ ਹਿੰਮਤ ਬਣ ਜਾਂਦਾ ਹੈ ਕਿ ਨਹੀਂ ਇਹ ਇਨਸਾਨ ਮੇਰੇ ਨਾਲ ਹੈਗਾ, ਬਾਕੀ ਕੋਈ ਹੋਰ ਹੋਵੇ ਨਾ ਹੋਵੇ। ਬਿਲਕੁਲ। ਐਂਡ ਇਨ ਦੈਟ ਕੇਸ ਆਈ ਵੁੱਡ ਸੇ ਕਿ ਅਗਰ ਯੂ ਆਰ ਗੋਇੰਗ ਥਰੂ ਐਨੀਥਿੰਗ ਇਨ ਲਾਈਫ ਜਿੱਥੇ ਆਈਦਰ ਯੂ ਨੀਡ ਮੋਟੀਵੇਸ਼ਨ ਔਰ ਯੂ ਨੀਡ ਸਪੋਰਟ ਔਰ ਯੂ ਨੀਡ ਸਮਨ ਟੂ ਟਾਕ ਟੂ, 21 days to happiness is right there to help you. ਅਸੀਂ Facebook ਦੇ ਉੱਪਰ, Instagram ਦੇ ਉੱਪਰ, Twitter ਦੇ ਉੱਤੇ, YouTube ਦੇ ਉੱਤੇ, ਹਰ ਜਗ੍ਹਾ ਦੇ ਉੱਤੇ ਹੈਗੇ ਆ। Even we have our WhatsApp number as well. And a lot of times in my day ਮੈਂ ਟਰਾਈ ਕਰਦੀ ਹੁੰਦੀ ਆ ਕਿ Facebook ਦਾ ਜਿਹੜਾ ਮੈਸੇਂਜਰ ਹੈਗਾ ਉਹਦੇ ਉੱਤੇ ਬਹੁਤ ਵਾਰ ਉੱਤੇ ਮੈਸੇजेस ਆਏ ਹੁੰਦੇ ਆ ਜਿਹੜੇ a lot of people, I'll just say people instead of men, women, I'll say people, and they need support, ਚਾਹੇ ਉਹ ਐਡਵਾਈਸ ਹੁੰਦੀ ਹੈ, ਚਾਹੇ ਉਹ they're going through something and they need to they need to know how to get through. ਕਈਆਂ ਨੇ goals ਦਾ ਹੀ ਹੈਗਾ ਆ, so I'm helping over there as well. I try to take at least ਦਿਨ ਦੇ ਵਿੱਚ ਘੰਟਾ ਜਾਂ 2 ਘੰਟੇ ਮੈਂ ਕੱਢ ਕੇ ਉਧਰ ਵੀ ਆਨਸਰ ਜ਼ਰੂਰ ਕਰਦੀ ਹੁੰਨੀ ਆ। So if there is anything like that, you can always send me a message right there and I will always respond that too. So ਮੈਂ ਚਾਹਾਂਗੀ ਤੁਸੀਂ ਜ਼ਰੂਰ ਆਪਣਾ ਕੰਟੈਕਟ ਇਨਫੋਰਮੇਸ਼ਨ ਸ਼ੇਅਰ ਕਰੋ ਹੋਰ, Absolutely, ਤਾਂ ਕਿ ਤੁਹਾਨੂੰ ਕੋਈ ਵੀ ਕੰਟੈਕਟ ਅਗਰ ਕਰਨਾ ਚਾਹੇ ਤਾਂ ਕਰ ਸਕੇ। ਬਿਲਕੁਲ। ਐਂਡ ਅਸੀਂ ਦੁਬਾਰਾ ਫਿਰ ਅਗਲੀ ਵਾਰੀ ਇੱਕ ਨਵਾਂ ਟੌਪਿਕ ਲੈ ਕੇ ਦੁਬਾਰਾ ਹਾਜ਼ਰ ਹੋਵਾਂਗੇ ਹੈਪੀ ਜੀ ਨਾਲ। ਹੈਪੀ ਜੀ ਮੈਂ ਚਾਹਾਂਗੀ ਤੁਸੀਂ ਆਪਣੀ ਕੰਟੈਕਟ ਇਨਫੋਰਮੇਸ਼ਨ ਇੱਕ ਵਾਰ ਸ਼ੇਅਰ ਕਰ ਦਿਓ। Absolutely. ਸਾਡੀ ਜਿਹੜਾ Gmail ਦਾ ਹੈਗਾ ਆ, ਈਮੇਲ ਹੈਗਾ 21days2happiness@gmail.com. So 2121 21days2happiness@gmail.com. and ਜਿਹੜਾ ਮੇਰਾ personal number that is 4163008313. So if there is anything you need to speak, talk to, and especially about our events, they're coming up. ਅਗਰ ਤੁਸੀਂ ਬ੍ਰੈਂਪਟਨ ਦੇ ਵਿੱਚੋਂ, KW ਦੇ ਵਿੱਚੋਂ, you're looking to do some volunteer work, please contact me ਕਿਉਂਕਿ ਸਾਨੂੰ ਹੁਣ volunteers ਦੀ ਕਾਫੀ ਜ਼ਰੂਰਤ ਹੋਏਗੀ because we are going to work with all our might and strength to make sure ਕਿ ਸਾਡੀ ਕਮਿਊਨਿਟੀ ਦੇ ਵਿੱਚ ਮੈਂਟਲ ਹੈਲਥ ਅਵੇਅਰਨੈਸ ਪੂਰੀ ਤਰ੍ਹਾਂ ਹੈਗੀ ਆ। ਬਹੁਤ ਵਧੀਆ। ਸੋ ਥੈਂਕ ਯੂ ਅਗੇਨ, ਥੈਂਕ ਯੂ ਸੋ ਮਚ ਤੁਸੀਂ ਆਏ ਔਰ ਅਸਲੀ ਲਈਏ ਇਜਾਜ਼ਤ ਫਿਰ। ਐਬਸੋਲੂਟਲੀ, ਅਗਲੀ ਵਾਰ ਤਾਈਂ ਸੋ ਜਾਂਦੇ ਜਾਂਦੇ ਕੋਈ ਟਿਪ ਦੇਣਾ ਚਾਹੋਗੇ ਹੋਰ? ਟਿਪ ਇਹ ਦਿੰਦੇ ਆ ਕਿ ਆਪਣੇ ਆਪ ਨਾਲ ਪਿਆਰ ਕਰੋ, ਆਪਣੇ ਆਪ ਦੀ ਕੇਅਰ ਕਰੋ। ਸੋ ਅੱਜ ਦੇ ਦਿਨ ਦੇ ਵਿੱਚ ਮੇਕ ਸ਼ੋਰ ਕਰਿਓ ਕਿ ਤੁਸੀਂ ਘੱਟੋ ਘੱਟ ਇੱਕ ਕੰਮ ਐਸਾ ਕਰਨਾ ਜਿਹੜਾ ਤੁਹਾਨੂੰ ਅਤਿਅੰਤ ਖੁਸ਼ੀ ਦਿੰਦਾ ਹੈ। ਉਹ ਚਾਹੇ ਕੰਮ ਜਾ ਕੇ ਸਟਾਰਬਕਸ ਤੋਂ ਚਾਹ ਲੈਣੀ ਹੈ, ਚਾਹੇ ਤੁਸੀਂ ਜਾ ਕੇ ਉਹ ਵਿੰਡੋ ਸ਼ਾਪਿੰਗ ਕਰਨੀ ਹੈ ਔਰ ਤੁਸੀਂ ਬਬਲ ਬਾਥ ਲੈਣਾ ਹੈਗਾ, ਠੀਕ ਹੈ? ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ that is up to you, but you should be doing at least one thing in your day that is just for yourself. Yes. Thank you again happy, thank you so much. ਤੇ ਚਲੋ ਜੀ ਮੈਂ ਵੀ ਲੈਣੀ ਆ ਤੁਹਾਡੇ ਸਾਰਿਆਂ ਕੋਲੋਂ ਇਜਾਜ਼ਤ। ਉਮੀਦ ਕਰਦੀ ਹਾਂ ਕਿ ਅੱਜ ਦੀ ਡਿਸਕਸ਼ਨ ਤੁਹਾਨੂੰ ਪਸੰਦ ਆਈ। ਅਗਲੀ ਵਾਰੀ ਫੇਰ ਮਿਲਾਂਗੇ ਇੱਕ ਨਵੀਂ ਜਾਣਕਾਰੀ, ਨਵੇਂ ਵਿਸ਼ੇ ਨਾਲ। ਤੁਸੀਂ ਰੱਖੋ ਬਹੁਤ ਸਾਰਾ ਧਿਆਨ ਤੇ ਦੇਖਦੇ ਰਹੋ ਸਾਂਝਾ ਪੰਜਾਬ TV ਸਾਡੇ ਨਾਲ।